Hello everyone, welcome back. Look at these three expressions. At the door, in the door, on the door. Same noun but three different prepositions. Obviously, ਇਹਨਾਂ ਤਿੰਨਾਂ expressions ਦੇ meaning ਵੀ different ਹੈ। ਅਗਰ ਤੁਹਾਨੂੰ ਇਹ meaning ਸਮਝਣ ਜਾਂ ਫਿਰ ਇਹਨਾਂ prepositions ਨੂੰ ਅਸੀਂ ਕਿਸ ਤਰ੍ਹਾਂ use ਕਰਦੇ ਹਾਂ ਉਹਦੇ ਵਿੱਚ confusion ਆ, then you should continue with this video because by the end of this video you will have a clear understanding of at, in and on. So let's start with the basic idea. देखो at the basic idea है that we use it for a particular point या फिर specific location. In ਆਪਾਂ container like ਚੀਜ਼ਾਂ ਦੇ ਲਈ use ਕਰਦੇ ਹਾਂ, area ਦੇ ਲਈ use ਕਰਦੇ ਹਾਂ. On use ਹੁੰਦਾ surface ਦੇ ਲਈ, especially ਜਦੋਂ noun ਜਿਹੜਾ ਆ surface ਨਾਲ touch ਕਰ ਰਿਹਾ ਉਹਦੇ direct contact ਦੇ ਵਿੱਚ ਹੈਗਾ ਆ. ਇਹਨਾਂ ਤਿੰਨਾਂ preposition ਦਾ ਇਹ ਤਾਂ ਹੋ ਗਿਆ basic idea. ਹੁਣ ਇਸੇ basic idea ਨੂੰ ਸਮਝ ਕੇ ਆਪਾਂ ਇਹਨੂੰ abstract ideas ਦੇ ਲਈ ਵੀ use ਕਰਾਂਗੇ. Let's start with at. As I said, at means a point, specific point, location. ਇਹ ਤਾਂ ਹੋ ਗਿਆ at ਦਾ basic idea. ਹੁਣ ਇਹਨੂੰ ਆਪਾਂ abstract concepts ਦੇ ਲਈ ਕਿੱਦਾਂ use ਕਰਦੇ ਹਾਂ? ਦੇਖੋ physical ਤੇ abstract ਦਾ ਜੇ ਤੁਸੀਂ difference ਸਮਝਣਾ ਤਾਂ ਉਹਨੂੰ ਆਪਾਂ ਇੱਕ quick example ਦੇ ਨਾਲ ਸਮਝਦੇ ਹਾਂ. Suppose ਤੁਹਾਡੇ printed notes ਹੈਗੇ ਆ and you have the information printed on the paper. ਇਹ ਤਾਂ ਹੋ ਗਿਆ physical concept because you can hold it, you can see the printed material. ਠੀਕ ਹੈ, ਹੁਣ ਤੁਸੀਂ ਇਹਨਾਂ ਨੋਟਸ ਨੂੰ ਅੱਛੇ ਤਰੀਕੇ ਨਾਲ ਲਰਨ ਕਰ ਲੈਂਦੇ ਆ ਔਰ ਕੁਝ ਪੁਆਇੰਟ ਉਹਨੂੰ ਬਿਲਕੁਲ ਦਿਮਾਗ 'ਚ ਬੈਠ ਜਾਂਦੇ ਆ ਔਰ ਅੱਛੇ ਤਰੀਕੇ ਨਾਲ ਲਰਨ ਹੋ ਜਾਂਦੇ ਆ. ਤੁਸੀਂ ਇਹ ਵੀ ਕਹਿੰਦੇ ਆ ਨਾ ਕਈ ਵਾਰੀ ਕਿ ਇਹ ਵਾਲੀ ਇਨਫੋਰਮੇਸ਼ਨ ਮੇਰੇ ਦਿਮਾਗ 'ਚ ਬਿਲਕੁਲ ਛਪ ਗਈ ਹੋਈ ਆ, ਤਾਂ ਉਹ ਦਿਮਾਗ 'ਚ ਜਿਹੜਾ ਛਪਣਾ ਆ ਦੈਟ ਇਜ਼ ਨਾਟ ਦ ਫਿਜ਼ੀਕਲ ਥਿੰਗ, ਉਹ ਇੱਕ ਐਬਸਟਰੈਕਟ ਕਨਸੈਪਟ ਹੈਗਾ ਆ. ਤਾਂ ਇਹੀ ਬੇਸਿਕ ਜਿਹਾ ਡਿਫਰੈਂਸ ਹੁੰਦਾ ਆ ਜਦੋਂ ਆਪਾਂ ਕਹਿੰਦੇ ਆ ਕਿ ਕੋਈ ਚੀਜ਼ ਐਬਸਟਰੈਕਟ ਹੈਗੀ ਆ, ਕੋਈ ਆਈਡੀਆ, ਕੋਈ ਕਨਸੈਪਟ ਐਬਸਟਰੈਕਟ ਆ. ਆਪਾਂ ਉਹਨੂੰ ਦੇਖ ਜਾਂ ਟੱਚ ਨਹੀਂ ਕਰ ਸਕਦੇ ਬਟ ਸਟਿਲ ਉਹ ਚੀਜ਼ ਐਗਜ਼ਿਸਟ ਕਰਦੀ ਆ. ਹੁਣ ਜਿੱਥੇ ਕੋਈ ਪੁਆਇੰਟ ਦੀ ਗੱਲ ਹੋ ਰਹੀ ਆ, ਚਾਹੇ ਉਹ ਫਿਜ਼ੀਕਲ ਕਨਸੈਪਟ ਦੇ ਕੰਟੈਕਸਟ ਵਿੱਚ ਆ ਤੇ ਚਾਹੇ ਐਬਸਟਰੈਕਟ ਕਨਸੈਪਟ ਦੇ ਕੰਟੈਕਸਟ ਵਿੱਚ ਆ, ਆਪਾਂ ਉੱਥੇ ਐਟ ਯੂਜ਼ ਕਰਾਂਗੇ. ਇੱਕ ਓਵਰਵਿਊ ਆ, ਇਸ ਤੋਂ ਬਾਅਦ ਆਪਾਂ ਐਗਜ਼ਾਮਪਲਸ ਦੇ ਨਾਲ ਡਿਟੇਲ 'ਚ ਸਮਝਾਂਗੇ ਐਟ ਦੀ ਯੂਜ਼ੇਜ. ਫਸਟ ਇਜ਼ ਫਿਜ਼ੀਕਲ ਪੁਆਇੰਟ. ਕੋਈ ਸਪੈਸੀਫਿਕ ਪਲੇਸ ਆ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਜਿੱਥੇ ਅਸੀਂ ਪ੍ਰੈਜ਼ੈਂਟ ਹੋ ਸਕਦੇ ਹਾਂ, ਉੱਥੇ ਆਪਾਂ ਐਟ ਯੂਜ਼ ਕਰਾਂਗੇ. ਫॉर एग्जांपल at the gate. Then point in time, a specific moment like at 5 PM. Point on scale, कोई value, कोई level ਜਦੋਂ ਦੱਸਦੇ ਆ at 80 kilometers per hour. Then point in a process, ਕੋਈ process ਆ ਉਹਦੇ 'ਚ ਇੱਕ particular stage ਆ, ਕੋਈ point ਆ, ਉਹਨੂੰ ਆਪਾਂ at this stage ਕਵਾਂਗੇ. ਫਿਰ abstract point ਕੋਈ ਵੀ, ਜਿਸ ਤਰ੍ਹਾਂ turning point ਆ. ਹੁਣ turning point ਕਿਸੇ road ਤੇ ਵੀ ਹੋ ਸਕਦਾ, turning point ਕਿਸੇ ਦੀ ਲਾਈਫ ਦਾ ਵੀ ਹੋ ਸਕਦਾ, ਟਰਨਿੰਗ ਪੁਆਇੰਟ ਕਿਸੇ ਜਰਨੀ ਦਾ ਹੋ ਸਕਦਾ. ਤਾਂ ਫਿਜ਼ੀਕਲ ਐਂਡ ਐਬਸਟਰੈਕਟ ਦੋਨਾਂ ਚੀਜ਼ਾਂ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਹਾਂ. ਵਨ ਬਾਏ ਵਨ ਹਰ ਇੱਕ ਯੂਜ਼ੇਜ ਨੂੰ ਦੇਖਦੇ ਹਾਂ ਵਿਦ ਐਗਜ਼ਾਮਪਲਸ. ਫਰਸਟ ਇਜ਼ ਦ ਸਪੈਸੀਫਿਕ ਲੋਕੇਸ਼ਨ ਔਰ ਪੁਆਇੰਟ. ਦੇਖੋ ਕੋਈ ਵੀ ਜਗ੍ਹਾ ਨੂੰ ਆਪਾਂ ਲੋਕੇਸ਼ਨ ਜਾਂ ਫਿਰ ਇੱਕ ਪੁਆਇੰਟ ਕਦੋਂ ਕੰਸੀਡਰ ਕਰਨਾ, ਜਦੋਂ ਉਹ ਵਾਲਾ ਏਰੀਆ ਕਿਸੇ ਲਾਰਜਰ ਏਰੀਆ ਦਾ ਇੱਕ ਪਾਰਟ ਹੋਵੇ. ਫॉर एग्जांपल ਹੁਣ ਇੱਕ ਗੇਟ ਆ, ਗੇਟ ਦੇ ਦੋਨਾਂ ਸਾਈਡ ਜਿਹੜਾ ਥੋੜਾ ਥੋੜਾ ਏਰੀਆ ਆ, ਉਹ ਏਰੀਆ ਇੱਕ ਲਾਰਜਰ ਬਿਲਡਿੰਗ ਦਾ ਪਾਰਟ ਆ. ਲਾਰਜਰ ਬਿਲਡਿੰਗ ਜਾਂ ਉਹਦੀ ਜਿਹੜੀ ਸਰਾਊਂਡਿੰਗ ਜਾਂ ਬਿਲਡਿੰਗ ਦੀ ਉਹਦਾ ਸਮਾਲ ਪਾਰਟ ਆ, ਉਹਨੂੰ ਆਪਾਂ ਗੇਟ ਦੀ ਲੋਕੇਸ਼ਨ ਕਹਿੰਦੇ ਆ. ਤਾਂ ਲੋਕੇਸ਼ਨ ਦੇ ਲਈ ਆਪਾਂ ਐਟ ਯੂਜ਼ ਕਰਾਂਗੇ. ਇਸੇ ਤਰ੍ਹਾਂ ਬੱਸ ਸਟਾਪ ਨੋ ਡਾਊਟ ਆਪਣੇ ਆਪ 'ਚ ਏਰੀਆ ਕੰਸੀਡਰੇਬਲ ਏਰੀਆ ਕਵਰ ਕਰਦਾ ਆ, ਪਰ ਕੰਪੈਰੇਟਿਵਲੀ ਅਗਰ ਦੇਖਿਆ ਜਾਵੇ ਤਾਂ ਇੱਕ ਲੋਕੇਸ਼ਨ ਆ ਕਿਹਦੇ ਕੰਪੈਰੀਜ਼ਨ 'ਚ, ਸਿਟੀ ਦੇ. ਕੋਈ ਸਿਟੀ ਆ ਉਹਦਾ ਜਿਹੜਾ ਬੱਸ ਸਟਾਪ ਆ, ਸਿਟੀ ਹੁਣ ਲਾਰਜਰ ਏਰੀਆ ਹੋ ਗਿਆ, ਬੱਸ ਸਟਾਪ ਉਹਦੀ ਇੱਕ ਲੋਕੇਸ਼ਨ ਹੋ ਗਈ. ਸੋ ਐਗਜ਼ਾਮਪਲਸ ਆਰ ਮੀਟ ਮੀ ਐਟ ਦ ਗੇਟ, ਸ਼ੀ ਇਜ਼ ਵੇਟਿੰਗ ਐਟ ਦ ਬੱਸ ਸਟਾਪ, ਹੀ ਇਜ਼ ਸਟੈਂਡਿੰਗ ਐਟ ਦ ਡੋਰ, ਵੀ ਮੈਟ ਐਟ ਦ ਸਟੇਸ਼ਨ. ਹੁਣ ਸਟੇਸ਼ਨ ਵੀ ਬਿਲਡਿੰਗ ਵੀ ਆ ਉੱਥੇ ਬਟ ਸਟਿਲ ਆਪਾਂ ਨੂੰ ਲੋਕੇਸ਼ਨ ਕੰਸੀਡਰ ਕਰਦੇ ਹਾਂ ਕਿਉਂਕਿ ਇੱਕ ਲਾਰਜਰ ਏਰੀਆ ਦਾ ਪਾਰਟ ਆ, ਸਿਟੀ ਦਾ ਪਾਰਟ ਆ. ਨੈਕਸਟ, ਦੇਅਰ ਵਰ ਮੈਨੀ ਪੀਪਲ ਐਟ ਦ ਐਂਟਰੈਂਸ. ਹੁਣ ਐਂਟਰੈਂਸ ਵੀ ਕਿਸੇ ਬਿਲਡਿੰਗ ਦੀ ਹੋਏਗੀ, ਤਾਂ ਜਿਹੜੀ ਬਿਲਡਿੰਗ ਆ ਉਹ ਲਾਰਜਰ ਏਰੀਆ ਹੋ ਗਿਆ, ਐਂਟਰੈਂਸ ਉਹਦੀ ਇੱਕ ਲੋਕੇਸ਼ਨ ਹੋ ਗਈ. ਨੈਕਸਟ, ਇੰਸਟੀਟਿਊਸ਼ਨਸ ਜਾਂ ਪਲੇਸਿਸ ਆਫ ਐਕਟੀਵਿਟੀ. ਕੋਈ ਬਿਲਡਿੰਗ ਆ, ਉਸ ਬਿਲਡਿੰਗ ਦੇ ਵਿੱਚ ਕੋਈ ਐਕਟੀਵਿਟੀ ਜਿਹੜੀ ਹੋ ਰਹੀ ਆ, ਉਸ ਐਕਟੀਵਿਟੀ ਦੇ ਬੇਸ ਤੇ ਅਸੀਂ ਉਸ ਬਿਲਡਿੰਗ ਨੂੰ ਕੀ ਕਵਾਂਗੇ? ਕੋਈ ਇੰਸਟੀਟਿਊਸ਼ਨ ਤਾਂ ਹੀ ਬਣਦਾ. ਇੰਸਟੀਟਿਊਸ਼ਨ ਇੱਕ ਐਬਸਟਰੈਕਟ ਆਈਡੀਆ ਆ, ਤਾਂ ਕਿਸੇ ਐਕਟੀਵਿਟੀ ਦੀ ਜਿਹੜੀ ਲੋਕੇਸ਼ਨ ਆ ਉਹਦੇ ਲਈ ਵੀ ਆਪਾਂ ਐਟ ਯੂਜ਼ ਕਰਾਂਗੇ. ਲਾਈਕ ਦ ਚਿਲਡਰਨ ਆਰ ਐਟ ਦ ਸਕੂਲ. ਹੁਣ ਇਹ ਧਿਆਨ ਦਿਓ ਕਿ ਇੱਥੇ ਸਕੂਲ ਦੀ ਬਿਲਡਿੰਗ ਨੂੰ ਨਹੀਂ ਕੰਸੀਡਰ ਕੀਤਾ ਜਾ ਰਿਹਾ, ਸਕੂਲ ਐਜ਼ ਅ ਪਲੇਸ ਆਫ
an activity. ਕਿਹੜੀ activity? Teaching and learning वाली activity. Next, she is at college. My brother is at work. He is at university. They are at church. तो इन्हां सारे places ਦੇ ਲਈ ਆਪਾਂ at use ਕਰਦੇ ਹਾਂ. Specific point ਜਾਂ ਫਿਰ location of an activity ਜਾਂ institution, ਇਹਨਾਂ ਦੇ ਲਈ at use ਹੁੰਦਾ. Next, events, occasions. देखो at ਜਿਹੜਾ ਆ ਉਹ event ਤੇ occasion ਨੂੰ किस तरह कंसिडर करता है? प्लेस वेयर समथिंग हैपन्स या फिर वेयर समवन इज प्रेजेंट. वी मैट एट अ वेडिंग. वेडिंग एक इवेंट ਹੁੰਦਾ ਹੈ ਜਦੋਂ ਤੁਸੀਂ ਕਹਿੰਦੇ ਆ ਨਾ. ਅੱਛਾ, ਇੱਕ ਆਪਾਂ ਹੋਰ ਕੈਜੂਅਲ ਲੈਂਗੁਏਜ ਦੇ ਵਿੱਚ ਯੂਜ਼ ਕਰ ਲੈਂਦੇ ਆ ਕਿ ਮੈਰਿਜ ਤੇ ਜਾਣਾ. ਤਾਂ ਮੈਰਿਜ ਤੇ ਨਹੀਂ ਜਾਂਦੇ, ਵੈਡਿੰਗ ਤੇ ਜਾਂਦੇ ਆ, ਰਾਈਟ. ਜਿਹੜਾ ਇਵੈਂਟ ਆ ਉਹਦਾ ਨੇਮ ਹੁੰਦਾ ਵੈਡਿੰਗ. So we met at a wedding. Wedding एक event है. I saw her at the concert. He spoke at the conference. There were many guests at the party. I met several students at the seminar. ने सारे events है. Events ਦੇ ਨਾਲ ਆਪਾਂ at use ਕਰਦੇ हैं. ਹੁਣ ਇਹ ਵਾਲਾ point ਤੁਹਾਨੂੰ ਸਮਝ ਕੇ ਇੰਨਾ ਕਲੀਅਰ ਹੋ ਗਿਆ ਹੋਵੇਗਾ ਕਿ ਜਦੋਂ ਤੁਸੀਂ ਲਿਟਰਲ ਟ੍ਰਾਂਸਲੇਸ਼ਨ ਕਰਦੇ ਆ ਤਾਂ ਗਲਤੀਆਂ ਦੇ ਚਾਂਸਸ ਜ਼ਿਆਦਾ ਹੁੰਦੇ ਆ. ਇਸੇ ਕਰਕੇ ਬੇਸਿਕ ਕਨਸੈਪਟਸ ਨੂੰ ਕਲੀਅਰ ਕਰਨਾ ਜ਼ਰੂਰੀ ਹੁੰਦਾ, ਕਿਉਂਕਿ ਅਗਰ ਆਪਾਂ ਆਪਣੀ ਪੰਜਾਬੀ ਲੈਂਗੁਏਜ ਦੇਖੀਏ ਨਾ, ਆਪਾਂ ਇੱਦਾਂ ਕਹਿੰਦੇ ਆ ਨਾ ਕਿ ਸੈਮੀਨਾਰ ਦੇ ਵਿੱਚ ਮਿਲਣਾ ਜਾਂ ਫਿਰ ਪਾਰਟੀ 'ਚ ਜਾਣਾ, ਔਰ ਵਿੱਚ ਨੂੰ ਆਪਾਂ ਅਕਸਰ ਇਨ ਯੂਜ਼ ਕਰ ਲੈਂਦੇ ਆ. ਅਗਰ ਤੁਸੀਂ ਲਿਟਰਲ ਟ੍ਰਾਂਸਲੇਸ਼ਨ ਕਰੋਗੇ ਗਲਤੀ ਕਰਨ ਦੇ ਚਾਂਸਸ ਕਿੱਦਾਂ ਹੁੰਦੇ ਆ ਕਿ ਆਈ ਮੈਟ ਸੈਵਰਲ ਸਟੂਡੈਂਟਸ ਇਨ ਦ ਸੈਮੀਨਾਰ. ਤਾਂ ਇਨ ਦ ਸੈਮੀਨਾਰ ਨਹੀਂ ਹੋਏਗਾ, ਕਿਉਂ? ਸੈਮੀਨਾਰ ਜਿਹੜਾ ਆ ਉਹ ਕੋਈ ਏਰੀਆ ਨਹੀਂ ਹੈ, ਠੀਕ ਹੈ. ਅੱਗੇ ਜਾ ਕੇ ਜਦੋਂ ਤੁਸੀਂ ਇਨ ਦੀਆਂ ਯੂਜ਼ੇਜ ਪੜੋਗੇ ਨਾ, ਤੁਹਾਨੂੰ ਕਲੀਅਰ ਹੋ ਜਾਏਗਾ ਕਿ ਐਟ ਕਿਉਂ ਯੂਜ਼ ਹੁੰਦਾ ਆ ਇਵੈਂਟਸ ਦੇ ਲਈ, ਇਨ ਕਿਉਂ ਨਹੀਂ ਯੂਜ਼ ਹੁੰਦਾ. ਕੰਪੈਰੀਟਿਵ ਯੂਜ਼ ਦੇਖ ਕੇ ਬੈਟਰ ਕਲੀਅਰ ਹੋਊਗਾ. ਬਟ ਫॉर द टाइम बीइंग ਤੁਸੀਂ ਇੰਨਾ ਸਮਝੋ ਕਿ ਕਿਸੇ ਵੀ ਇਵੈਂਟ ਦੇ ਲਈ ਆਪਾਂ ਐਟ ਯੂਜ਼ ਕਰਦੇ ਹਾਂ. ਨੈਕਸਟ ਇਜ਼ ਸਪੈਸੀਫਿਕ ਐਡਰੈਸਿਸ. ਕੋਈ ਵੀ ਐਡਰੈਸ ਹੈ ਕਿਸੇ ਜਗ੍ਹਾ ਦਾ, ਲੋਕੇਸ਼ਨ ਦਾ, ਉਹਦੇ ਲਈ ਵੀ ਆਪਾਂ ਐਟ ਯੂਜ਼ ਕਰਾਂਗੇ. ਸ਼ੀ ਲਿਵਸ ਐਟ 25 ਪਾਰਕ ਸਟਰੀਟ. ਦ ਆਫਿਸ ਇਜ਼ ਐਟ 15 ਕਿੰਗ ਰੋਡ. ਵੀ ਮੈਟ ਹਿਮ ਐਟ 42 ਗ੍ਰੀਨ ਐਵੇਨਿਊ. ਇਹ ਸਾਰੇ ਐਡਰੈਸ ਹੈਗੇ ਆ, पर्टिकुलर लोकेशन ਦੇ ਐਡਰੈਸ ਹੈ, ਤਾਂ ਆਪਾਂ ਐਟ ਯੂਜ਼ ਕਰਦੇ ਹਾਂ. ਇੱਕ ਕੰਪੈਰੀਜ਼ਨ ਦੇਖੋ, ਇਨ ਕਰਦਿਆਂ ਹੋਇਆ ਆਪਾਂ ਦੁਬਾਰਾ ਦੇਖਾਂਗੇ, ਬਟ ਇੱਥੇ ਇੰਨਾ ਕਲੀਅਰ ਕਰਨਾ ਜ਼ਰੂਰੀ ਆ ਦੈਟ ਸ਼ੀ ਲਿਵਸ ਇਨ ਦਿੱਲੀ. ਇਹ ਹੋ ਗਿਆ ਏਰੀਆ ਦੇ ਲਈ. ਸ਼ੀ ਲਿਵਸ ਐਟ 25 ਪਾਰਕ ਸਟਰੀਟ, ਐਗਜ਼ੈਕਟ ਲੋਕੇਸ਼ਨ ਹੋ ਗਈ. ਨੈਕਸਟ, ਐਗਜ਼ੈਕਟ ਟਾਈਮ. ਦੇਖੋ, ਅਗਰ ਟਾਈਮ ਲਾਈਨ ਦੇ ਉੱਪਰ ਕਿਸੇ ਟਾਈਮ ਨੂੰ ਤੁਸੀਂ ਇੱਕ ਪੁਆਇੰਟ ਦੀ ਤਰ੍ਹਾਂ ਦੇਖ ਸਕਦੇ ਆ ਨਾ, ਤਾਂ ਉਸ ਟਾਈਮ ਦੇ ਲਈ ਆਪਾਂ ਐਟ ਯੂਜ਼ ਕਰਾਂਗੇ. ਦ ਟ੍ਰੇਨ ਲੀਵਸ ਐਟ 6 p.m. The class starts at 9:30. I'll call you at noon. At noon ਦਾ ਮਤਲਬ 12 o'clock ਹੁੰਦਾ ਨਾ, ਡੇ ਟਾਈਮ ਦਾ 12 o'clock. The shop closes at midnight. Midnight, 12 o'clock, night time. We arrived at 5 o'clock. ਇਹ ਸਾਰੇ point of time ਆ. ਇੱਕ ਟਾਈਮ ਲਾਈਨ ਦੇ ਉੱਪਰ ਤੁਸੀਂ ਇਹਨਾਂ ਨੂੰ ਦੇਖ ਸਕਦੇ ਆ, ਤਾਂ ਐਟ ਯੂਜ਼ ਕਰੋਗੇ. ਨੈਕਸਟ, certain conventional times. ਦੇਖੋ, ਕਨਵੈਨਸ਼ਨਲ ਕੋਈ ਚੀਜ਼ ਉਦੋਂ ਹੁੰਦੀ ਆ ਜਦੋਂ ਆਪਾਂ ਉਹਨੂੰ ਨਾ ਇੱਕ ਪਾਰੰਪਰਿਕ ਚੀਜ਼ ਲੈਂਦੇ ਆ ਕਿ ਸ਼ੁਰੂ ਤੋਂ ਹੀ ਇੱਦਾਂ ਚੱਲਦਾ ਆ ਰਿਹਾ, ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਕਈ ਵਾਰੀ ਲੌਜਿਕ ਘੱਟ ਦੇਖਦੇ ਆ. ਸ਼ੁਰੂ ਤੋਂ ਹੀ ਜਿਸ ਤਰ੍ਹਾਂ ਚੱਲਿਆ ਆ ਰਿਹਾ ਉਹਨੂੰ ਐਜ਼ ਇਟ ਇਜ਼ ਹੀ ਯੂਜ਼ ਕਰਦੇ ਆ. ਅਕਸਰ ਆਪਾਂ ਦੇਖਦੇ ਆ ਨਾ ਕਿ ਕਈ ਵਾਰੀ ਕੋਈ ਚੀਜ਼ ਪਰਟੀਕੂਲਰ ਤਰੀਕੇ ਦੇ ਵਿੱਚ ਹੀ ਕੀਤੀ ਜਾਂਦੀ ਆ, ਤੇ ਅਗਰ ਆਪਾਂ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਪੁੱਛਦੇ ਆ ਤੇ ਉਹ ਕਹਿੰਦੇ ਹੁੰਦੇ ਕਿ ਸਾਡੇ ਸਿਆਣੇ ਇੱਦਾਂ ਕਹਿੰਦੇ ਸੀ ਜਾਂ ਕਰਦੇ ਸੀ, ਤਾਂ ਉਹ ਹੋ ਗਈ ਕਨਵੈਨਸ਼ਨਲ ਯੂਜ਼ੇਜ. ਤਾਂ ਜਿੱਦਾਂ ਆਪਣੇ ਸਿਆਣੇ ਕਹਿੰਦੇ ਸੀ, ਉੱਦਾਂ ਇੰਗਲਿਸ਼ ਲੋਕਾਂ ਦੇ ਸਿਆਣਿਆਂ ਨੇ ਵੀ ਇਹ ਕਿਹਾ ਕਿ ਐਟ ਨਾਈਟ, ਆਲਦੋ ਇਨ ਦ ਮਾਰਨਿੰਗ, ਇਨ ਦ ਆਫਟਰਨੂਨ, ਇਨ ਦ ਈਵਨਿੰਗ ਹੁੰਦਾ. ਲੌਜਿਕ ਇਹੀ ਬਣਦਾ, ਕਿਉਂਕਿ ਟਾਈਮ ਪੀਰੀਅਡ ਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ. ਅੱਗੇ ਚੱਲ ਕੇ ਤੁਸੀਂ ਦੇਖੋਗੇ ਦੁਬਾਰਾ ਇਨ ਯੂਜ਼ੇਜ ਦੇ ਵਿੱਚ. ਪਰ ਨਾਈਟ, ਇਸ ਤਰ੍ਹਾਂ ਤਾਂ ਨਾਈਟ ਵੀ ਇੱਕ ਟਾਈਮ ਪੀਰੀਅਡ ਆ, ਪਰ ਆਪਾਂ ਐਟ ਯੂਜ਼ ਕਰਦੇ ਹਾਂ. ਕਿਉਂ? ਕਿਉਂਕਿ ਇੰਗਲਿਸ਼ ਲੋਕਾਂ ਦੇ ਸਿਆਣੇ ਇੱਦਾਂ ਹੀ ਕਹਿ ਗਏ, ਕਨਵੈਨਸ਼ਨਲੀ ਇੱਦਾਂ ਹੀ ਚੱਲਿਆ ਆ ਰਿਹਾ. ਓਕੇ, so we don't go out at night. Birds become active at dawn. The dawn early morning ਦਾ ਟਾਈਮ ਹੁੰਦਾ ਨਾ. ਲੌਜੀਕਲੀ ਦੇਖਿਆ ਜਾਵੇ ਤਾਂ dawn ਇੱਕ ਟਾਈਮ ਪੀਰੀਅਡ ਆ, although ਬਹੁਤ ਸਮਾਲ ਟਾਈਮ ਪੀਰੀਅਡ ਆ, ਪਰ ਸਟਿਲ ਕਨਵੈਨਸ਼ਨਲੀ ਇਹਨੂੰ ਐਟ ਯੂਜ਼ ਕਰਦੇ ਆ, ਤਾਂ ਐਟ ਹੀ ਯੂਜ਼ ਕਰਾਂਗੇ. We watched the sunrise at sunrise. ਇਹ ਹੋ ਗਿਆ ਟਾਈਮ ਪੀਰੀਅਡ, ਇਹ ਐਕਟੀਵਿਟੀ ਹੈ. The temperature is lowest at night. ਇਹਦੇ ਵਿੱਚ ਮੋਸਟ ਇੰਪੋਰਟੈਂਟ ਐਟ ਨਾਈਟ ਆ, ਕਿਉਂਕਿ ਜਦੋਂ ਆਪਾਂ ਇਨ ਕੰਟਰਾਸਟ ਅਦਰ ਪੀਰੀਅਡਸ ਦੇਖਦੇ ਆ ਤਾਂ ਸਾਨੂੰ ਇਹ ਇਲੌਜੀਕਲ ਲੱਗਦਾ, ਬਟ ਸਟਿਲ ਇਹਨੂੰ ਯਾਦ ਕਰਾਂਗੇ ਕਿ ਇਹ ਕਨਵੈਨਸ਼ਨਲ ਟਾਈਮ ਆ. ਸੋ ਐਗਜ਼ੈਕਟ ਟਾਈਮ ਤੇ ਕਨਵੈਨਸ਼ਨਲ ਟਾਈਮਸ ਦੇ ਲਈ ਆਪਾਂ ਐਟ ਯੂਜ਼ ਕਰਦੇ ਆ. ਨੈਕਸਟ, ਐਟ ਫॉर ਏਜ. ਦੇਖੋ, ਏਜ
ਨੂੰ ਆਪਾਂ ਇੱਕ ਪੁਆਇੰਟ ਦੇਖਦੇ ਹਾਂ ਕਿਸੇ ਪਰਸਨ ਦੀ ਲਾਈਫ ਟਾਈਮ ਵਾਲੇ ਸਕੇਲ ਤੇ, ਇਸ ਕਰਕੇ ਸੋ ਜਿਹੜੀ ਐਗਜ਼ੈਕਟ ਏਜ ਹੋਏਗੀ ਉਹਦੇ ਲਈ ਐਟ ਯੂਜ਼ ਹੋਏਗਾ। She started school at 5. He left home at 18. She got her first job at 22. He retired at 60. For speed, ਜਦੋਂ ਆਪਾਂ ਕੋਈ ਸਕੇਲ ਦੀ ਮੈਜਰਮੈਂਟ ਦੇਖਣੀ ਆ, ਐਗਜ਼ੈਕਟ ਪੁਆਇੰਟ ਉਹਦੇ ਉੱਪਰ ਜਿਹੜਾ ਆ ਕੋਈ ਰੇਟ ਆ, ਉਹਦੇ ਲਈ ਐਟ ਯੂਜ਼ ਕਰਾਂਗੇ। The car was traveling at 80 kilometers per hour. The train was moving at 120 kilometers per hour. The plane was flying at a very high speed. ਹੁਣ ਇੱਥੇ speed ਆ, level ਦੱਸ ਰਹੇ ਆ scale ਤੇ, at use ਕਰਾਂਗੇ। So specific point on time, ਕੋਈ age, speed, time ਜਾਂ ਕੋਈ ਵੀ measurement ਆ, ਉਹਦੇ ਲਈ at use ਹੁੰਦਾ। Next, price or rate, ਕਿਸੇ ਚੀਜ਼ ਦੀ exact price ਹੈ ਜਿਹੜੀ, ਉਹਦੇ ਲਈ at use ਹੋਏਗਾ। For example, the books are being sold at 200 each. Mangoes are available at 100 per kilogram. rate ਹੋ ਗਿਆ ਨਾ। The tickets were sold at a very high price. ਹੁਣ ਇਹ high price ਜਿਹੜਾ ਆ ਇਹਨੂੰ ਇੱਕ point consider ਕਰਦੇ ਆ, ਇਸ ਕਰਕੇ at use ਕਰਾਂਗੇ। The workers were paid at a rate of 500 per day. Next, temperature, ਦੇਖੋ temperature ਵੀ ਕਿਸੇ scale ਦੀ reading ਹੀ ਹੁੰਦੀ ਹੈ ਨਾ, ਇਸ ਕਰਕੇ ਆਪਾਂ at use ਕਰਾਂਗੇ। Water boils at 100 degrees centigrade. Ice melt at 0 degrees centigrade. The reaction occurs at a high temperature. ਇੱਥੇ level ਆ, level ਦੇ ਲਈ ਵੀ at use ਕਰਾਂਗੇ। ਸਿਰਫ scales ਦਾ level ਨਹੀਂ, general sense ਦੇ ਵਿੱਚ ਵੀ ਜਿਹੜੇ levels ਆ, heights ਆ, ਉਹਨਾਂ ਦੇ ਲਈ at use ਕੀਤਾ ਜਾਂਦਾ। At identifies a particular level or position on a scale. For example, eye level, sea level, shoulder height, low altitude, ਇਹਨਾਂ ਸਭ ਦੇ ਨਾਲ at use ਹੁੰਦਾ। The picture is at eye level. The water is at sea level. The shelf is at shoulder height. The aircraft was flying at a low altitude. ਕੋਈ particular degree ਜਾਂ stage ਦੱਸੋਗੇ ਜਦੋਂ, ਫਿਰ ਵੀ at use ਕਰੋਗੇ। At this stage we cannot make a decision. ਹੁਣ ਦੇਖੋ ਇਹ stage ਹੈ ਜਿਹੜੀ, ਇਹ ਕਿਸੇ ਦੀ position ਆ, ਕੋਈ ਕਿਸੇ process ਦਾ point ਆ, ਔਰ ਇਹ abstract usage ਆ। The company is at a critical stage of development. The machine is operating at full capacity. Level ਦੱਸ ਰਹੇ ਆ, ਉਹਦੀ degree ਦੱਸ ਰਹੇ ਇੱਕ ਤਰੀਕੇ ਨਾਲ, at. The economy is at its peak. Point consider ਕਰਾਂਗੇ peak ਨੂੰ, because it's the highest point, right? Next, target or direction of an action. ਜਦੋਂ ਅਸੀਂ ਕਿਸੇ action ਦਾ target ਦੱਸਣਾ ਹੋਵੇ, ਫਿਰ ਵੀ at use ਕਰਾਂਗੇ। Examples ਦੇਖੋ। He threw the ball at the wall. She pointed at the map. The dog barked at the stranger. The child shouted at his brother. ਇਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਕੀ ਯੂਜ਼ ਕਰੋਗੇ? at. ਸੋ ਕੁਇਕਲੀ ਇੱਕ ਵਾਰੀ ਦੇਖਦੇ ਹਾਂ ਯੂਜ਼ੇਜ ਕਿਹੜੇ ਕਿਹੜੇ ਦੇਖਿਆ ਆਪਾਂ at ਦੇ। ਸਪੈਸੀਫਿਕ ਲੋਕੇਸ਼ਨ ਜਾਂ ਫਿਰ ਪੁਆਇੰਟ, ਕੋਈ ਇੰਸਟੀਟਿਊਸ਼ਨ, ਪਲੇਸ ਆਫ ਐਕਟੀਵਿਟੀ ਜੇ ਹੋਵੇ, ਆਪਾਂ at ਯੂਜ਼ ਕਰਾਂਗੇ। ਕਿਸੇ ਇਵੈਂਟ ਦੇ ਲਈ, ਕਿਸੇ ਓਕੇਜ਼ਨ ਦੇ ਲਈ at ਯੂਜ਼ ਕਰਦੇ ਹਾਂ। ਸਪੈਸੀਫਿਕ ਐਡਰੈਸ ਦੇ ਲਈ ਐਗਜ਼ੈਕਟ ਟਾਈਮ, certain conventional times, where age, speed, price या rate, temperature, level या height, degree, stage, फिर target या फिर direction of an action. ਇਹਨਾਂ ਸਭ ਸਿਚੁਏਸ਼ਨਸ ਦੇ ਵਿੱਚ ਤੁਸੀਂ ਕੀ ਯੂਜ਼ ਕਰੋਗੇ? at. ਜਦੋਂ ਗੁੱਡ ਨੰਬਰ ਆਫ ਐਗਜ਼ਾਮਪਲਸ ਤੁਸੀਂ ਰੀਡ ਕਰ ਲੈਂਦੇ ਆ ਬੇਸਿਕ ਕਨਸੈਪਟ ਨੂੰ ਸਮਝਣ ਤੋਂ ਬਾਅਦ, ਫਿਰ ਤੁਹਾਨੂੰ ਬਹੁਤ ਜ਼ਿਆਦਾ ਰੱਟੇ ਲਗਾਉਣ ਦੀ ਲੋੜ ਨਹੀਂ ਪੈਣੀ। ਜਸਟ 2-3 ਟਾਈਮਸ ਰੀਡਿੰਗ ਜਿਹੜੀ ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਇੱਕ ਕਲੈਰਿਟੀ ਆ ਜਾਂਦੀ ਆ ਉਸ ਪਰਟੀਕੂਲਰ ਟੌਪਿਕ ਨੂੰ ਲੈ ਕੇ। ਨੈਕਸਟ ਪ੍ਰੈਪੋਜੀਸ਼ਨ ਦੇਖਦੇ ਆ in. in ਜਦੋਂ ਵੀ ਯੂਜ਼ ਕਰਨਾ ਤੁਹਾਡੇ ਮਾਈਂਡ 'ਚ ਕੀ ਹੋਣਾ ਚਾਹੀਦਾ? an area ਜਾਂ ਫਿਰ ਕੋਈ space. in shows that something is within the boundaries of a space, area or period. physical space ਹੈ ਜਿਹੜੀ, ਉਹਦੇ ਲਈ ਤਾਂ obvious ਆ use ਹੋਏਗਾ in, like in the room. then geographical area ਦੇ ਲਈ ਜਿਹਦੀਆਂ boundaries defined ਹੁੰਦੀਆਂ ਆ, in India. period of time, ਕਿਸੇ time period ਦੇ ਲਈ, ਜੁਲਾਈ ਇੱਕ ਕੈਲੰਡਰ ਦੇ ਉੱਪਰ ਹੈ ਨਾ ਪੂਰਾ period of time. then system or form, ਕੋਈ language ਆ, ਉਹ ਇੱਕ system ਹੈ ਨਾ, ਤਾਂ ਉਸ system ਦੇ ਲਈ ਵੀ ਆਪਾਂ ਕੀ use ਕਰਾਂਗੇ? in. ਇਸੇ ਕਰਕੇ ਬੋਲਦੇ ਆ in English. ਕੋਈ field of study ਆ, ਕੋਈ area of research ਆ, ਉਹਦੇ ਲਈ ਵੀ in use ਹੋਏਗਾ, like in education. situation ਜਾਂ ਫਿਰ state ਦੇ ਲਈ, ਅਗਰ ਕੋਈ ਕਿਸੇ particular situation ਦੇ ਵਿੱਚ ਆ, ਕਿਸੇ condition ਦੇ ਵਿੱਚ ਆ, ਉਹਦੇ ਲਈ ਵੀ in use ਹੋਏਗਾ, like in trouble. in ਆਪਾਂ use ਕਰਦੇ ਆ
ਏਰੀਆ ਦੇ ਲਈ। ਏਰੀਆ ਵਾਲਾ ਸੇਮ ਕਨਸੈਪਟ ਜਿਹੜਾ ਆ ਫਿਜ਼ੀਕਲ ਤੋਂ ਲੈ ਕੇ ਐਬਸਟਰੈਕਟ ਤੱਕ ਅਪਲਾਈ ਹੋਏਗਾ। ਨਾउ डिटेल इस कॉन्सेप्ट ਨੂੰ विद एग्जांपल्स देखते हैं। इनक्लोज्ड फिजिकल स्पेस, कोई इनक्लोज्ड फिजिकल स्पेस ਆ ਉੱਥੇ ਇਨ ਯੂਜ਼ ਹੋਏਗਾ। ਜਿਹੜੀਆਂ ਫਿਜ਼ੀਕਲ ਬਾਉਂਡਰੀਜ਼ ਸਾਨੂੰ ਦਿਖ ਰਹੀਆਂ ਆ ਹੁੰਦੀਆਂ ਆ ਉਹਦੇ ਲਈ ਆਪਾਂ ਇਨ ਯੂਜ਼ ਕਰਦੇ ਆ। ਦ ਚਿਲਡਰਨ ਆਰ ਇਨ ਦ ਰੂਮ, ਦ ਕੀਜ਼ ਆਰ ਇਨ ਦ ਡਰਾਅਰ, देयर इज मिल्क in the bottle, she is in the kitchen, he is in the building। ਇਹ ਸਾਰੇ ਜਿਹੜੇ ਆ ਇਹਨਾਂ ਦੀਆਂ ਸਾਨੂੰ ਬਾਉਂਡਰੀਜ਼ ਦਿਖ ਰਹੀਆਂ ਆ। ਇਹ ਫਿਜ਼ੀਕਲ ਸਪੇਸ ਆ, ਇਨਕਲੋਜ਼ਡ ਏਰੀਆ ਆ, ਸਭ ਕਾਸੇ ਦੇ ਲਈ ਆਪਾਂ ਕੀ ਯੂਜ਼ ਕਰਾਂਗੇ ਇਨ। ਕੋਈ ਪਰਟੀਕੂਲਰ ਸਪੇਸ ਹੈ ਨਾ ਜਿਹਦੀਆਂ ਬਾਉਂਡਰੀਜ਼ ਹੈਗੀਆਂ ਆ। ਇੱਕ ਬਾਕਸ ਨੂੰ ਆਪਣੇ ਮਾਈਂਡ 'ਚ ਰੱਖੋ ਜਦੋਂ ਇਨ ਯੂਜ਼ ਕਰਨਾ, ਪਰ ਬਾਕਸ ਤੱਕ ਲਿਮਿਟਡ ਨਹੀਂ ਰਹਿਣਾ, ਇਸ ਫਿਜ਼ੀਕਲ ਆਈਡੀਆ ਨੂੰ ਐਬਸਟਰੈਕਟ ਕਨਸੈਪਟ ਲਈ ਵੀ ਯੂਜ਼ ਕਰਨਾ। ਦੈਨ ਜਿਓਗ੍ਰਾਫਿਕਲ ਏਰੀਆ, ਕੋਈ ਵੀ ਜਿਓਗ੍ਰਾਫਿਕਲ ਏਰੀਆ ਆ ਉਹਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ। ਸ਼ੀ ਲਿਵਸ ਇਨ ਦਿੱਲੀ, ਹੀ ਵਾਜ਼ ਬੋਰਨ ਇਨ ਪੰਜਾਬ, ਦੇ ਲਿਵ ਇਨ ਇੰਡੀਆ, we traveled in Europe, there are many languages spoken in Asia। ਹੁਣ ਇਹ ਸਾਰੇ ਦੇ ਸਾਰੇ ਜਿਓਗ੍ਰਾਫਿਕਲ ਏਰੀਆਜ਼ ਆ, ਇਹਨਾਂ ਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ ਕਿਉਂਕਿ ਇਹਨਾਂ ਏਰੀਆਜ਼ ਦੀ ਕੋਈ ਨਾ ਕੋਈ ਬਾਉਂਡਰੀ ਹੁੰਦੀ ਹੈ। ਸੋ ਇਨਕਲੋਜ਼ਡ ਸਪੇਸਿਸ, ਜਿਓਗ੍ਰਾਫਿਕਲ ਏਰੀਆਜ਼ ਦੋਨਾਂ ਦੇ ਲਈ ਇਨ ਯੂਜ਼ ਕਰਨਾ। ਨੈਕਸਟ ਏਰੀਆਜ਼ ਆਫ ਲੈਂਡ ਐਂਡ ਵਾਟਰ, ਕੋਈ ਲੈਂਡ ਦਾ ਏਰੀਆ ਆ ਜਾਂ ਕੋਈ ਵਾਟਰ ਬੋਡੀ ਆ ਉਹਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ। there are many fish in the river, we went swimming in the lake, there are ships in the ocean, they were lost in the forest, camels can survive in the desert। ਹੁਣ ਇਹ ਸਾਰੇ ਕੀ ਆ, ਕੋਈ ਨਾ ਕੋਈ ਲੈਂਡ ਮਾਸ, ਕਿਸੇ ਨਾ ਕਿਸੇ ਤਰੀਕੇ ਦਾ ਵਾਟਰ ਬੋਡੀ ਆ, ਉਹਦੇ ਲਈ ਆਪਾਂ ਇਨ ਯੂਜ਼ ਕਰਦੇ ਆ। ਨੈਕਸਟ ਇਨਕਲੋਜ਼ਡ ਵਹੀਕਲਸ, ਕੁਝ ਵਹੀਕਲਸ ਦੇ ਲਈ ਵੀ ਆਪਾਂ ਇਨ ਯੂਜ਼ ਕਰਦੇ ਆ। she is in the car, he was sitting in a taxi, there were 5 people in the van। for right now ਇਹਨਾਂ ਕੁਝ ਵਹੀਕਲਸ ਦੇ ਨਾਲ ਇਨ ਯੂਜ਼ ਹੁੰਦਾ, ਤੁਸੀਂ ਇਹ ਯਾਦ ਰੱਖੋ। ਜਦੋਂ ਹੁਣੇ ਆਪਾਂ ਇਨ ਤੋਂ ਬਾਅਦ ਔਨ ਦੀ ਯੂਜ਼ੇਜ ਕਰਨੀ ਆ ਨਾ, ਉਦੋਂ ਕੁਝ ਹੋਰ ਵਹੀਕਲਸ ਦੇਖਾਂਗੇ, ਉੱਥੇ ਡਿਫਰੈਂਸ ਤੁਹਾਨੂੰ ਬੈਟਰ ਸਮਝ ਆ ਜਾਏਗਾ। ਪਰ ਹਜੇ ਤੁਸੀਂ ਇਹਨਾਂ ਦੇਖੋ, ਜਿਹੜੇ ਨਾ ਛੋਟੇ ਵਹੀਕਲਸ ਹੁੰਦੇ ਆ ਉਹਨਾਂ ਦੇ ਲਈ ਆਪਾਂ ਇਨ ਯੂਜ਼ ਕਰਦੇ ਆ, ਲਾਈਕ ਕਾਰ। ਇਸ ਤੋਂ ਅੱਗੇ ਚੱਲ ਕੇ ਤੁਸੀਂ ਦੇਖੋਗੇ ਕਿ ਬੱਸ ਦੇ ਲਈ ਆਪਾਂ ਔਨ ਯੂਜ਼ ਕਰ ਰਹੇ ਹਾਂ, ਪਰ ਕਾਰ ਦੇ ਲਈ ਇਨ ਯੂਜ਼ ਕਰਦੇ ਹਾਂ। ਇਹ ਥੋੜਾ ਜਿਹਾ ਆਈਡੀਆ ਤੁਸੀਂ ਇਹ ਦੇਖ ਸਕਦੇ ਆ ਕਿ ਜਿਸ ਵਹੀਕਲ ਦੇ ਵਿੱਚ ਜਸਟ ਅਸੀਂ ਅੰਦਰ ਜਾਂਦੇ ਹਾਂ ਔਰ ਬੈਠਦੇ ਹਾਂ ਉਹਦੇ ਲਈ ਤੁਸੀਂ ਇਨ ਯੂਜ਼ ਕਰਨਾ। ਜਿਹੜਾ ਵਹੀਕਲ ਇਦਾਂ ਦਾ ਆ ਕਿ ਜਿਹਦੇ 'ਚ ਤੁਸੀਂ ਅੰਦਰ ਜਾ ਕੇ ਵਾਕ ਕਰ ਸਕਦੇ ਆ ਉਹਦੇ ਲਈ ਤੁਸੀਂ ਔਨ ਯੂਜ਼ ਕਰਨਾ। ਔਨ ਦੀ ਯੂਜ਼ੇਜ ਦੇ ਵਿੱਚ ਦੁਬਾਰਾ ਇਸ ਪੁਆਇੰਟ ਨੂੰ ਦੇਖਾਂਗੇ। ਫॉर ਰਾਈਟ ਨਾਓ ਇਹਨਾਂ ਦੇਖੋ ਕਿ ਇਨਕਲੋਜ਼ਡ ਸਪੇਸ ਆ, ਇਹਨਾਂ ਵਹੀਕਲਸ ਆ, ਇਸ ਕਰਕੇ ਇਹਨਾਂ ਦੇ ਲਈ ਇਨ ਯੂਜ਼ ਕਰਾਂਗੇ। ਨੈਕਸਟ ਮੰਥਸ, ਈਅਰਸ ਐਂਡ ਸੀਜ਼ਨਸ, ਇਹ ਜਿੰਨੇ ਵੀ ਟਾਈਮ ਪੀਰੀਅਡਸ ਆ ਨਾ, ਇਹਨਾਂ ਦੀ ਕੋਈ ਨਾ ਕੋਈ ਬਾਉਂਡਰੀ ਆ। ਮੀਨਸ ਕੋਈ ਨਾ ਕੋਈ ਇਹਨਾਂ ਦਾ ਸਟਾਰਟਿੰਗ ਪੁਆਇੰਟ ਆ, ਕੋਈ ਨਾ ਕੋਈ ਐਂਡਿੰਗ ਪੁਆਇੰਟ ਆ, ਔਰ ਉਹਨਾਂ ਪੁਆਇੰਟਸ ਦੇ ਵਿੱਚ ਜੋ ਆ ਉਹ ਟਾਈਮ ਪੀਰੀਅਡ ਆ। ਔਰ ਟਾਈਮ ਪੀਰੀਅਡ ਦੇ ਲਈ ਆਪਾਂ ਕੀ ਯੂਜ਼ ਕਰਨਾ ਇਨ। ਕੋਈ ਵੀ ਇਵੈਂਟ ਜਿਹੜਾ ਆ, ਹੁਣ ਇਵੈਂਟ ਐਗਜ਼ੈਕਟ ਇਵੈਂਟ ਦੇ ਲਈ ਐਟ ਯੂਜ਼ ਕਰਾਂਗੇ, ਪਰ ਉਹ ਇਵੈਂਟ ਕਿਸ ਟਾਈਮ ਪੀਰੀਅਡ ਦੇ ਵਿੱਚ ਹੋਇਆ ਉਹਦੇ ਲਈ ਉਸ ਪੀਰੀਅਡ ਤੋਂ ਅੱਗੇ ਆਪਾਂ ਇਨ ਯੂਜ਼ ਕਰਾਂਗੇ। ਆਈ ਵਾਜ਼ ਬੋਰਨ ਇਨ, ਹੁਣ 1990 ਇੱਕ ਈਅਰ ਆ, ਪੂਰਾ ਈਅਰ, ਉਹਦੇ ਵਿੱਚ ਇੱਕ ਇਵੈਂਟ ਆ ਬਰਥ ਦਾ। ਇਵੈਂਟ ਕਦੋਂ ਹੋਇਆ, ਕਿਸੇ ਟਾਈਮ ਪੀਰੀਅਡ 'ਚ, ਔਰ ਉਹ ਟਾਈਮ ਪੀਰੀਅਡ ਦੇ ਲਈ ਆਪਾਂ ਕੀ ਯੂਜ਼ ਕੀਤਾ ਇਨ। ਸ਼ੀ ਕੇਮ ਹੇਅਰ ਇਨ ਜੁਲਾਈ, ਜੁਲਾਈ ਜਿਹੜਾ ਆ ਮੰਥ ਆ, ਇੱਕ ਟਾਈਮ ਪੀਰੀਅਡ ਆ, ਇਨ ਯੂਜ਼ ਕੀਤਾ। ਵੀ ਯੂਜ਼ੁਅਲੀ ਟਰੈਵਲ ਇਨ ਸਮਰ, ਸੀਜ਼ਨ ਹੈ ਇਸ ਕਰਕੇ। ਦ ਪ੍ਰੋਜੈਕਟ ਵਿਲ ਬੀ ਕੰਪਲੀਟਡ ਇਨ 2026, ਹੀ ਗ੍ਰੈਜੂਏਟਡ ਇਨ 2015। Next, parts of the day, morning, afternoon, evening are treated as periods of time। ਕਿਹੜੇ ਟਾਈਮ ਪੀਰੀਅਡ ਆ, ਮਾਰਨਿੰਗ, ਆਫਟਰਨੂਨ ਤੇ ਈਵਨਿੰਗ। अर्ली part of the day, middle part of the day and later part of the day। The activity occurs within that period। ठीक है, तो इन टाइम पीरियड्स ਦੇ ਵਿੱਚ ਕੁਝ ਵੀ ਜਿਹੜਾ ਹੁੰਦਾ ਹੈ ਉਹਦੇ ਲਈ ਆਪਾਂ in use ਕਰਾਂਗੇ। I study in the morning, we usually work in the afternoon, she exercises in the evening। तो important contrast ਜਿਹੜਾ ਆਪਾਂ at time ਕਰ ਹੀ ਚੁੱਕੇ ਹਾਂ। comparison ਕੀ ਦੇਖਣਾ ਆਪਾਂ ਕਿ morning, afternoon, evening ਲਈ ਤਾਂ in use ਹੁੰਦਾ, but for night we use at night। एक कन्वेंशनल एक्सप्रेशन है। तो इन कदों यूज होएगा जदों विद इन अ टाइम पीरियड, एरिया या इनक्लोज्ड स्पेस ਦੇ ਵਿੱਚ ਕੁਝ ਵੀ ਹੁੰਦਾ ਹੈ। नेक्स्ट, longer periods, longer periods ਦੇ ਲਈ ਵੀ in use ਕਰਾਂਗੇ। for example, life was very different in the past ਇੱਥੇ ਇੱਕ point ਨਹੀਂ ਹੈ, ਇੱਕ period ਹੈ। technology will change significantly in the future। The population has increased in recent years। In time period या recent years, many important events occurred in ancient times। Ancient times एक time period। The economy changed rapidly in the 20th century।
तो 20th सेंचुरी एक टाइम पीरियड आ, लॉन्ग पीरियड आ, ਉਹਦੇ ਲਈ ਆਪਾਂ in यूज कर रहे हैं। अगर फ्यूचर ਦਾ टाइम दसना ना ਹੁਣ ਤੋਂ ਲੈ ਕੇ जस्ट थोड़ी देर बाद तक ਦਾ ਵੀ ਈਵਨ ਇੱਥੇ टाइम ਦੀ ਲੈਂਥ मैटर नहीं करती, सिर्फ ये देखना कि ਹੁਣ ਤੋਂ ਲੈ ਕੇ from now फ्यूचर पॉइंट, ਹੁਣ ਇਹ ਨੀਅਰ फ्यूचर भी हो सकता तो बहुत दूर ਦਾ फ्यूचर पॉइंट भी हो सकता है। I'll call you in 10 minutes means in 10 minutes on वाले जोड़े 10 minutes या from now till 10 minutes। The train will arrive in an hour। We will reach Delhi in 3 hours। She will return in 2 days। ਹੁਣ ਇੱਥੇ ਦੇਖੋ in 2 hours ਦਾ मतलब ਕੀ ਆ ਕਿ I'll call you in 2 hours from now। और एक ਹੋਰ ਚੀਜ਼ ਦਾ ਧਿਆਨ ਦੇਣਾ, ਇੱਥੇ ਇਹਦਾ ਮਤਲਬ ਇਹ ਨਹੀਂ ਕਿ in 2 hours exact after 2 hours, ਇਹਦਾ ਮਤਲਬ ਆ within 2 hours, मतलब at any time before the 2 hour limit, 2 hour complete ਹੋਣ ਤੋਂ ਪਹਿਲੇ ਕਦੀ ਵੀ। ਸੋ ਇੱਕ ਤਰੀਕੇ ਨਾਲ ਟਾਈਮ ਇੰਟਰਵਲਸ ਹੀ ਹੈਗੇ ਆ, ਟਾਈਮ ਇੰਟਰਵਲ ਹੋ ਗਿਆ, ਟਾਈਮ ਪੀਰੀਅਡ ਹੋ ਗਿਆ, ਉਹਨਾਂ ਦੇ ਲਈ ਆਪਾਂ ਇਨ ਯੂਜ਼ ਕਰਦੇ ਆ। ਨੈਕਸਟ ਲੈਂਗੁਏਜ ਫਾਰਮ ਮੀਡੀਅਮ, ਇਹਨਾਂ ਲਈ ਵੀ ਇਨ ਯੂਜ਼ ਕਰਦੇ ਆ। ਫॉर एग्जांपल प्लीज राइट द आंसर in English, explain it in simple words। simple words ਇੱਕ ਸਿਸਟਮ ਹੋ ਗਿਆ ਨਾ, ਇੱਕ ਮੀਡੀਅਮ ਤਰੀਕਾ, ਉਹਦੇ ਲਈ in use ਕਰ ਰਹੇ ਹਾਂ। The instructions were written in Hindi। Write your name in capital letters। The information is presented in tabular form। ਇਹਨਾਂ ਸਭ ਦੇ ਲਈ in use ਕਰਾਂਗੇ। Next clothing ਜਾਂ ਫਿਰ appearance ਆ ਕਿਸੇ ਦੀ, ਕੋਈ ਕਿਸ ਤਰ੍ਹਾਂ ਦਾ ਦਿਖ ਰਿਹਾ ਜਾਂ ਕੋਈ ਕਿਸੇ ਨੇ ਕਿਸ ਤਰ੍ਹਾਂ ਦੇ cloth wear ਕੀਤੇ ਹੋਏ ਆ, ਉਹਦੇ ਲਈ ਆਪਾਂ in use ਕਰਦੇ ਹਾਂ। Examples, the woman in red is my sister। in red ਦਾ ਮਤਲਬ ਆ ਜਿਹਨੇ red cloth wear ਕੀਤੇ ਹੋਏ ਆ। A man in a black suit is my teacher। She came in uniform। I saw a boy in a blue shirt। Next arrangement या फिर groupings ਦੇ ਲਈ in use ਹੋਏਗਾ। arrangements ਕਿਸ ਤਰ੍ਹਾਂ, ਜਿੱਦਾਂ line, group, row, circle, ਇਸ ਤਰੀਕੇ ਨਾਲ। examples ਦੇਖੋ, the students stood in a line। they walked in pairs। the children were divided in groups। the chairs were arranged in row। we sat in a circle। fields, areas of activity ਦੇ ਲਈ ਵੀ in use ਹੋਏਗਾ। she works in education, ਇੱਕ field ਹੈ ਨਾ, ਕਿਸੇ ਦਾ ਕੰਮ ਕਰਨ ਦਾ field ਜਾਂ area, ਉਹਦੇ ਲਈ ਆਪਾਂ in use ਕਰਾਂਗੇ। she has experience in teaching। she has a degree in economics subject ਦੇ ਲਈ, area of study ਦੇ ਲਈ। he works in finance। she is interested in a career in medicine। ਹੁਣ career ਜਿਹੜਾ ਆ ਇਹ ਵੀ ਇੱਕ field ਆ, ਇੱਕ system ਆ, ਔਰ in medicine area of study। ਕਿਸੇ condition, situation ਜਾਂ state ਦੇ ਲਈ in use ਹੋਏਗਾ। he is in trouble। she is in danger। they are in difficulty। he is in pain। pain ਇੱਕ situation ਹੈ ਕਿਸੇ ਦੀ। she is in shock, again state। the country is in crisis। ਇਹ ਵੀ situation, condition ਹੈ। ਦੇਖੋ boundaries, arrangements, periods, fields, conditions, ਇਹ ਸਾਰੇ ਜਿਹੜੇ ਆ ਇਹਨਾਂ ਦੇ ਲਈ in use ਹੁੰਦਾ। now see ਫਿਜ਼ੀਕਲ ਬਾਉਂਡਰੀਜ਼ ਜਿਹੜੀਆਂ ਆ ਉਹਨਾਂ ਲਈ ਤਾਂ ਇਨ ਯੂਜ਼ ਹੋਏਗਾ ਏਰੀਆ ਦੇ ਲਈ, ਪਰ ਫੀਲਡ ਆਫ ਸਟੱਡੀ, ਅਰੇਂਜਮੈਂਟਸ, ਸਟੇਟ, ਕੰਡੀਸ਼ਨ, ਇਹ ਐਬਸਟਰੈਕਟ ਕਨਸੈਪਟ ਹੈਗਾ ਆ ਇਨ ਦਾ। ਸੋ ਕੁਇਕਲੀ ਰੀਕੈਪ ਦੇਖੋ ਜੋ ਆਪਾਂ ਇਨ ਦੇ ਲਈ ਪੜਿਆ। ਇਨਕਲੋਜ਼ਡ ਫਿਜ਼ੀਕਲ ਸਪੇਸ, ਜਿਓਗ੍ਰਾਫਿਕਲ ਏਰੀਆਜ਼, ਬੋਡੀਜ਼, ਏਰੀਆਜ਼ ਆਫ ਲੈਂਡ ਐਂਡ ਵਾਟਰ, ਵਹੀਕਲਸ ਦੇ ਲਈ, ਮੰਥਸ, ਈਅਰਸ, ਸੀਜ਼ਨਸ ਦੇ ਲਈ, ਪਾਰਟਸ ਆਫ ਦ ਡੇ, ਇਹਨਾਂ ਲਈ ਆਪਾਂ ਕੀ ਯੂਜ਼ ਕਰਦੇ ਆ ਇਨ। ਆਲਸੋ ਫॉर longer periods of time, future time, form, medium, language, clothing या फिर appearance, then arrangement या grouping ਦੇ ਲਈ, fields, area of activity ਦੇ ਲਈ, physical, abstract conditions or situations, ਇਹਨਾਂ ਸਭ ਦੇ ਲਈ ਆਪਾਂ in use ਕਰਾਂਗੇ। so on preposition ਨੂੰ ਕਰਨ ਤੋਂ ਪਹਿਲਾਂ ਆਪਾਂ at ਤੇ in ਦਾ comparison ਦੇਖਦੇ ਹਾਂ। ਦੇਖੋ ਕੋਈ place ਹੈ ਨਾ, ਉਹਦੇ ਲਈ ਤੁਸੀਂ at ਵੀ use ਕਰਦੇ ਆ, in ਵੀ use ਕਰਦੇ ਆ। ਕਿੱਦਾਂ? at the station, in the station। ਜਦੋਂ at यूज ਕੀਤਾ इट मीनस ਆਪਾਂ ਲੋਕੇਸ਼ਨ ਦੀ ਗੱਲ ਕਰ ਰਹੇ ਹਾਂ। ਅਗਰ in the station ਕਹਿ ਰਹੇ ਹਾਂ ਤਾਂ ਇਟ ਮੀਨਸ ਸਟੇਸ਼ਨ ਦੀ ਜਿਹੜੀ ਬਿਲਡਿੰਗ ਆ, ਉਹਦਾ ਜਿਹੜਾ ਏਰੀਆ, ਉਹਦੇ ਅੰਦਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਡੋਰ, at the door, in the door। at the door ਮੀਨਸ ਜਿਹੜੀ ਲੋਕੇਸ਼ਨ ਆ ਡੋਰ ਦੀ। in the door ਦਾ ਮਤਲਬ ਆ ਕੋਈ ਡੋਰ, ਔਰ ਇਸ ਡੋਰ ਦੇ ਵਿੱਚ ਸੁਪੋਜ਼ ਕੋਈ ਵਿੰਡੋ ਆ ਬਣੀ ਹੋਈ, ਤਾਂ ਆਪਾਂ ਕਵਾਂਗੇ in the door। ਸਟਰਕਚਰ ਦੇ ਵਿੱਚ, ਸੋ ਇਹ ਡੋਰ ਦਾ ਸਟਰਕਚਰ ਹੈ, ਸਟਰਕਚਰ ਦੇ ਵਿੱਚ ਅਗਰ ਕੁਝ ਹੈ ਤਾਂ ਉਹ ਹੋ ਗਿਆ ਇਨ। ਅੱਗੇ ਚੱਲ ਕੇ ਇਹਦੀ ਪਿਕਚਰ ਵੀ ਐਡ ਕੀਤੀ ਹੋਈ ਹੈ ਤਾਂ ਜ਼ਿਆਦਾ ਕਲੀਅਰ ਹੋ ਜਾਏਗਾ। ਸਕੂਲ, ਐਟ ਦ ਸਕੂਲ, ਇਨ ਦ ਸਕੂਲ। ਐਟ ਦ ਸਕੂਲ ਮਤਲਬ ਹੈਗਾ ਕਿ ਤੁਸੀਂ ਕਿਸੇ ਇੰਸਟੀਟਿਊਸ਼ਨ ਤੇ ਆ, ਤੁਹਾਡੀ ਲੋਕੇਸ਼ਨ ਆ, ਜਾਂ ਫਿਰ ਇਨ ਦ ਸਕੂਲ ਬਿਲਡਿੰਗ ਦੇ ਇਨਸਾਈਡ।
ਫॉर एग्जाम्पल अगर ਆਪਾਂ ਕਹੀਏ देयर इज अ बिग प्लेग्राउंड इन द स्कूल, सो स्कूल ਦੀ ਜਿਹੜੀ ਬਾਉਂਡਰੀ ਆ ਉਹਦੇ ਇਨਸਾਈਡ। हॉस्पिटल, at the hospital means it's your location. In the hospital you are inside that building. Airport, again same for airport ਦੇ ਲਈ at the airport, in the airport. City या फिर exact location, अगर exact location या address या तो at, अगर city या तो area या ਉਹਦੇ ਲਈ in use ਕਰਾਂਗੇ, in Delhi. Next events ਦੇ ਲਈ at the wedding, ਇਹਦਾ ਮਤਲਬ event ਦੀ ਗੱਲ ਹੋ ਰਹੀ ਆ। in the wedding hall, ਇਹ hall ਆ exactly, area ਹੋ ਗਿਆ ਫਿਜ਼ੀਕਲ ਬਾਉਂਡਰੀਜ਼ ਦੇ ਨਾਲ, ਉੱਥੇ ਆਪਾਂ ਇਨ ਯੂਜ਼ ਕਰ ਲਿਆ। ਐਟ 5 PM ਬਟ ਇਨ ਜੁਲਾਈ, ਕਿਉਂਕਿ ਜੁਲਾਈ ਜਿਹੜਾ ਆ ਉਹ ਕੈਲੰਡਰ ਦੇ ਉੱਪਰ ਇੱਕ ਟਾਈਮ ਪੀਰੀਅਡ ਆ, ਐਟ ਇੱਕ ਟਾਈਮਲਾਈਨ ਦੇ ਉੱਪਰ ਇੱਕ ਪੁਆਇੰਟ ਆ, ਤਾਂ ਇਸ ਕਰਕੇ ਐਟ 5 PM। ਟਾਈਮ ਪੀਰੀਅਡ ਨੂਨ, ਜਦੋਂ ਐਟ ਨੂਨ ਕਹਿੰਦੇ ਆ ਨਾ ਇਹਦਾ ਮਤਲਬ ਹੁੰਦਾ 12 o'clock। ਇਨ ਦ ਮਾਰਨਿੰਗ, ਏਜ ਦੇ ਲਈ ਐਟ ਯੂਜ਼ ਹੋਏਗਾ, ਇਨ ਯੂਜ਼ ਨਹੀਂ ਹੁੰਦਾ। ਸਪੀਡ ਦੇ ਲਈ ਵੀ ਸਿਰਫ ਐਟ ਯੂਜ਼ ਹੋਏਗਾ। ਟੈਂਪਰੇਚਰ ਦੇ ਲਈ ਵੀ ਇਹ ਐਗਜ਼ੈਕਟ ਪੁਆਇੰਟਸ ਹੈ ਨਾ ਮੈਜਰਮੈਂਟ ਦੇ, ਇਸ ਕਰਕੇ ਇਹਨਾਂ ਦੇ ਲਈ ਇਨ ਯੂਜ਼ ਹੋਣ ਦਾ ਕੋਈ ਸਕੋਪ ਹੀ ਨਹੀਂ ਹੈ। ਜੀਓਗ੍ਰਾਫਿਕਲ ਏਰੀਆ, ਜਿੱਥੇ ਗੱਲ ਹੀ ਏਰੀਆ ਦੀ ਹੋ ਰਹੀ ਆ ਉੱਥੇ ਐਟ ਤਾਂ ਹੋ ਹੀ ਨਹੀਂ ਸਕਦਾ। ਇਨ ਇੰਡੀਆ, ਏਰੀਆ ਮੀਨਸ ਸਮਥਿੰਗ ਵਿਦ ਬਾਉਂਡਰੀਜ਼, ਰਾਈਟ। ਸੋ ਨੈਕਸਟ ਇਜ਼ ਔਨ। ਔਨ ਜਿਹੜੀ ਪ੍ਰੈਪੋਜੀਸ਼ਨ ਆ ਉਹਦੇ ਲਈ ਤੁਸੀਂ ਇੱਕ ਕੀਵਰਡ ਜੇ ਯਾਦ ਕਰਨਾ ਤਾਂ ਉਹ ਹੈਗਾ ਕੰਟੈਕਟ ਜਾਂ ਫਿਰ ਪੋਜੀਸ਼ਨ ਸਰਫੇਸ ਦੇ ਨਾਲ। ਸਰਫੇਸ, ਲਾਈਨ ਔਰ ਲੈਵਲ, ਇਹਨਾਂ ਦੇ ਉੱਪਰ ਕਿਸੇ ਚੀਜ਼ ਦਾ ਕੋਈ ਕੰਟੈਕਟ ਆ, ਕਿਸੇ ਦੀ ਕੋਈ ਪੋਜੀਸ਼ਨ ਆ, ਉਹਦੇ ਲਈ ਆਪਾਂ ਯੂਜ਼ ਕਰਾਂਗੇ ਔਨ। ਪਹਿਲੇ ਇੱਕ ਓਵਰਵਿਊ ਦੇਖੋ, ਫਿਰ ਡਿਟੇਲ 'ਚ ਐਗਜ਼ਾਮਪਲ ਦੇਖਾਂਗੇ। ਫਿਜ਼ੀਕਲ ਸਰਫੇਸ, ਦੇਖੋ ਸਰਫੇਸ ਆ ਉਹਦੇ ਪਰ ਔਨ ਕਲੀਅਰ ਹੈ, ਤਾਂ ਕੋਈ ਲਾਈਨ, ਰੂਟ ਜਾਂ ਲੈਵਲ ਆ ਉਹਦੇ ਲਈ ਆਪਾਂ ਔਨ ਯੂਜ਼ ਕਰਾਂਗੇ। ਔਨ ਦ ਰੋਡ, ਔਨ 5th floor। ਕੈਲੰਡਰ ਦੇ ਲਈ, ਕੈਲੰਡਰ ਪੋਜੀਸ਼ਨ ਦੇ ਲਈ, ਹੁਣ ਕੈਲੰਡਰ ਪੋਜੀਸ਼ਨ ਕੀ ਹੁੰਦੀ ਆ, ਕੋਈ ਡੇ, ਡੇਟ। ਔਨ ਮੰਡੇ, ਕੋਈ ਪਲੇਟਫਾਰਮ ਆ, ਕੋਈ ਚੈਨਲ ਆ, ਉਹਦੇ ਲਈ ਆਪਾਂ ਔਨ ਯੂਜ਼ ਕਰਦੇ ਆ। ਔਨ ਟੈਲੀਵਿਜ਼ਨ, ਕੋਈ ਕਿਸੇ ਚੀਜ਼ ਦਾ ਕੋਈ ਬੇਸ ਆ ਜਾਂ ਕੋਈ ਉਹਦੀ ਸਪੋਰਟ ਆ, ਉਹਦੇ ਲਈ ਔਨ ਯੂਜ਼ ਕਰਦੇ ਆ। ਬੇਸਡ ਔਨ ਐਵੀਡੈਂਸ, ਹੁਣ ਇਹ ਐਬਸਟਰੈਕਟ ਆਈਡੀਆ ਆ, ਆਲਦੋ ਇੱਥੇ ਇੱਕ ਪਿਕਚਰ ਬਣਾ ਕੇ ਦੱਸਿਆ ਆ, ਬਟ ਐਵੀਡੈਂਸ ਤੁਹਾਨੂੰ ਫਿਜ਼ੀਕਲੀ ਦੇਖਦੇ ਹੋ ਸਕਦੇ ਆ, ਪਰ ਉਹਨਾਂ ਦਾ ਬੇਸ ਆ ਜਿਹੜਾ, ਉਹਨਾਂ ਐਵੀਡੈਂਸ ਦੇ ਬੇਸ ਤੇ ਅਗਰ ਕੋਈ ਡਿਸੀਜਨ ਆ, ਇੱਕ ਐਬਸਟਰੈਕਟ ਆਈਡੀਆ ਆ। ਦੈਨ ਕੋਈ ਟੌਪਿਕ ਜਾਂ ਸਬਜੈਕਟ ਆ, ਉਹਦੇ ਲਈ ਆਪਾਂ ਔਨ ਯੂਜ਼ ਕਰਦੇ ਆ। ਅ ਬੁੱਕ ਔਨ ਹਿਸਟਰੀ, ਔਨ ਹਿਸਟਰੀ, ਹੁਣ ਹਿਸਟਰੀ ਜਿਹੜਾ ਆ ਉਹ ਇੱਕ ਸਬਜੈਕਟ ਆ, ਪਰ ਅਗਰ ਤੁਸੀਂ ਹਿਸਟਰੀ ਐਜ਼ ਅ ਫੀਲਡ ਯੂਜ਼ ਕਰੋਗੇ ਤਾਂ ਉੱਥੇ ਇਨ ਯੂਜ਼ ਕਰਨਾ, ਠੀਕ ਹੈ। ਐਜ਼ ਅ ਟੌਪਿਕ ਯੂਜ਼ ਕਰੋਗੇ ਉੱਥੇ ਔਨ ਯੂਜ਼ ਕਰਨਾ। ਡਿਟੇਲ ਦੇ ਵਿੱਚ ਐਗਜ਼ਾਮਪਲਸ ਦੇਖਦੇ ਹਾਂ। ਅੱਛਾ, ਹੁਣ ਧਿਆਨ ਪਹਿਲੇ ਕੀ ਦੇਣਾ ਆਪਾਂ ਕਿ ਔਨ ਦਾ ਮੀਨਿੰਗ ਅਬਵ ਨਹੀਂ ਹੁੰਦਾ, ਕੰਟੈਕਟ ਹੋਣਾ ਸਰਫੇਸ ਦੇ ਨਾਲ ਜ਼ਰੂਰੀ ਹੁੰਦਾ ਆ। ਔਰ ਇਹ ਜਿਹੜਾ ਸਰਫੇਸ ਆ ਇਹ ਹੌਰੀਜ਼ੌਂਟਲ ਵੀ ਹੋ ਸਕਦਾ ਇਸ ਤਰ੍ਹਾਂ, ਵਰਟੀਕਲ ਵੀ ਹੋ ਸਕਦਾ ਇਸ ਤਰ੍ਹਾਂ, ਇੱਕ ਵਾਲ ਆ। ਓਵਰਹੈਡ ਵੀ ਹੋ ਸਕਦਾ, ਸੀਲਿੰਗ, ਔਨ ਸੀਲਿੰਗ, ਠੀਕ ਆ। ਹੁਣ ਦੇਖੋ ਸਰਫੇਸ ਜਿਹੜੀ ਆ ਉਹਦੇ ਨਾਲ ਜਦੋਂ ਚੀਜ਼ ਟੱਚ ਹੋ ਰਹੀ ਆ ਉੱਥੇ ਆਪਾਂ ਔਨ ਯੂਜ਼ ਕਰਾਂਗੇ। ਆਲਦੋ ਜਿਹੜਾ ਫੈਨ ਆ ਅਗਰ ਕਿਸੇ ਇਸ ਤਰ੍ਹਾਂ ਦੀ ਚੀਜ਼ ਦੇ ਕੰਪੈਰੀਜ਼ਨ 'ਚ ਦੇਖਿਆ ਹੋਵੇ ਜਿਹੜੀ ਫਲੋਰ ਤੇ ਪਲੇਸਡ ਆ ਤਾਂ ਫਿਰ ਆਪਾਂ ਅਬਵ ਯੂਜ਼ ਕਰਾਂਗੇ, ਪਰ ਫਿਲਹਾਲ ਅਗਰ ਸੀਲਿੰਗ ਆ ਉਹਦੇ ਨਾਲ ਕੰਟੈਕਟ ਦੇ ਵਿੱਚ ਆ ਕੋਈ ਚੀਜ਼ ਤਾਂ ਔਨ ਦ ਸੀਲਿੰਗ। ਚਲੋ ਹੁਣ ਐਗਜ਼ਾਮਪਲ ਦੇਖਦੇ ਹਾਂ। ਪਹਿਲੇ ਫਿਜ਼ੀਕਲ ਸਰਫੇਸਿਸ ਦੇ ਲਈ, ਦ ਬੁੱਕ ਇਜ਼ on the table, phone is on the desk, there is a cup on the shelf, the children are playing on the floor, there is snow on the roof। main point ਇੱਥੇ ਕੀ ਯਾਦ ਰੱਖਣਾ ਕਿ object ਜਿਹੜੀ ਆ in contact with the surface ਆ, ਠੀਕ ਹੈ। surface ਦੇ ਨਾਲ direct contact 'ਚ ਆ ਤਾਂ ਆਪਾਂ on use ਕਰ ਰਹੇ ਹਾਂ। ਹੁਣ vertical surfaces ਦੇ ਲਈ ਵੀ ਦੇਖਾਂਗੇ, same ਉਸੇ ਤਰੀਕੇ ਨਾਲ ਆ। there is a picture on the wall, someone wrote a message on the board, there is a notice on the door। ਹੁਣ ਇੱਥੇ door ਦੇ surface ਦੇ ਉੱਪਰ, ਠੀਕ ਹੈ। there is a mirror on the wall, ਇਹ ਤਾਂ same ਹੀ almost। next, floors or levels, look at the examples। she lives on the 5th floor, my office is on the 2nd floor, the restaurant is on the top floor। ਇੱਕ comparison ਦੇਖੋ ਕੀ ਹੈਗਾ ਆ, in ਤੇ on ਦਾ। she is in the building, ਬਿਲਡਿੰਗ ਦੀ ਗੱਲ ਹੋ ਰਹੀ ਆ, ਬਾਉਂਡਰੀਜ਼ ਕੰਸੀਡਰ ਕਰੋਗੇ। she is on the 5th floor, ਜਦੋਂ ਆਪਾਂ ਪਰਟੀਕੂਲਰ ਫਲੋਰ ਲੈਵਲ ਦੀ ਗੱਲ ਕੀਤੀ ਤਾਂ ਆਪਾਂ ਕੀ ਯੂਜ਼ ਕਰ ਲਿਆ, on। ਨੈਕਸਟ, ਆਈਲੈਂਡ। ਅੱਛਾ, ਵੈਸੇ ਆਪਾਂ ਪੜ੍ਹਿਆ ਸੀ ਨਾ ਕਿ ਜਿਓਗ੍ਰਾਫੀਕਲ ਏਰੀਆਜ਼ ਦੇ ਲਈ ਆਪਾਂ ਇਨ ਯੂਜ਼ ਕਰਦੇ ਹਾਂ। ਹੁਣ ਤੁਸੀਂ ਕਹੋਗੇ ਕਿ ਆਈਲੈਂਡ ਦੀਆਂ ਵੀ ਤਾਂ ਬਾਉਂਡਰੀਜ਼ ਹੁੰਦੀਆਂ ਆ, ਨੋ ਡਾਊਟ ਇਹਦੀ ਇੱਕ ਲੈਂਡ ਮਾਸ ਆ, ਇਹਦੀ ਬਾਉਂਡਰੀ ਵੀ ਹੋਏਗੀ, ਬਟ ਜਦੋਂ ਤੁਸੀਂ ਇੱਕ ਆਈਲੈਂਡ ਨੂੰ ਇੱਕ ਵਾਟਰ ਬੋਡੀ ਦੇ ਕੰਪੈਰੀਜ਼ਨ 'ਚ ਦੇਖੋ ਤਾਂ ਲਾਰਜਰ ਵਾਟਰ ਬੋਡੀ ਦੇ ਵਿੱਚ ਇੱਕ ਸਮਾਲ ਲੈਂਡ ਮਾਸ ਜਦੋਂ ਹੁੰਦਾ ਉਹਨੂੰ ਆਪਾਂ ਆਈਲੈਂਡ ਕਹਿੰਦੇ ਆ ਨਾ।
इस करके आईलैंड के लिए इन नहीं यूज करांगे, ऑन यूज करांगे। दे लिव ऑन एन आईलैंड, वी स्पेंट अ वीक ऑन द आईलैंड, देयर इज अ स्मॉल विलेज ऑन द आईलैंड। हुण इस विलेज दे लिए तां इन यूज हो सकदा, आईलैंड दे लिए ऑन यूज होएगा। कंपैरिजन देख लो, इन इंडिया कंट्री एज एन एरिया, ऑन एन आईलैंड एक लैंड सरफेस है। नेक्स्ट बॉडी पार्ट्स और बॉडी सरफेसिस। देखो बॉडी पार्ट्स है ਜਿਹੜੇ ਉਹ ਵੀ ਇੱਕ ਸਰਫੇਸ ਦੀ ਤਰ੍ਹਾਂ ਹੁੰਦੇ ਆ, ਇਸ ਕਰਕੇ ਇਹਨਾਂ ਲਈ ਵੀ ਆਪਾਂ ਔਨ ਯੂਜ਼ ਕਰਦੇ ਆ। She has a scar on her face. He has a tattoo on his arm. There is a mark on his hand. He was hit on the head. Next, roads and streets. She lives on Park Street. ਹੁਣ ਇੱਥੇ ਧਿਆਨ ਦਿਓ, ਇੱਥੇ ਸਟਰੀਟ ਜਿਹੜੀ ਆ ਇੱਕ ਲਾਈਨ ਦੀ ਤਰ੍ਹਾਂ ਕੰਸੀਡਰ ਹੋ ਰਹੀ ਹੈ। ਐਟ 25 ਐਵੇਨਿਊ ਜਾਂ 25 ਪਾਰਕ ਸਟਰੀਟ ਉਹ ਐਡਰੈਸ ਆ, तो at यूज होया। इत्थे on because of a lane, because of a street, ਉਹਦੇ ਲਈ on use ਕਰਾਂਗੇ। There is a shop on this road. We stopped on the highway. There is an accident on the main road. Next, public transport. देखो vehicles ਦੇ ਲਈ ਆਪਾਂ in ਵੀ ਪੜਿਆ ਨਾ ਪਹਿਲੇ। At that time I told you ਕਿ ਇੱਕ just ਟ੍ਰਿਕ ਲੈ ਸਕਦੇ ਆ ਇਹਨੂੰ ਕਿ ਜਿਹੜੇ ਸਮੋਲ ਵਹੀਕਲਸ ਆ ਜਾਂ ਫਿਰ ਜਿਨ੍ਹਾਂ ਦੇ ਵਿੱਚ ਜਸਟ ਆਪਾਂ ਐਂਟਰ ਕਰਦੇ ਆ ਬੈਠ ਜਾਂਦੇ ਆ, ਉਹਨਾਂ ਦੇ ਲਈ ਆਪਾਂ ਇਨ ਯੂਜ਼ ਕਰਦੇ ਆ। ਜਿਸ ਕਿਸੇ ਵਹੀਕਲ ਦੇ ਵਿੱਚ ਆਪਾਂ ਵਾਕ ਵੀ ਕਰ ਸਕਦੇ ਆ, ਉਹਦੇ ਲਈ ਆਪਾਂ ਔਨ ਯੂਜ਼ ਕਰ ਲੈਂਦੇ ਆ। ਦੈਟ ਇਜ਼ ਅ ਕਾਈਂਡ ਆਫ ਟ੍ਰਿਕ, ਨਾਟ ਅ ਰੂਲ ਔਰ ਅ ਲੌਜਿਕ, ਕਿਉਂਕਿ ਇਹ ਜਿਹੜੀ ਡਿਸਟਿੰਕਸ਼ਨ ਆ ਇਹ ਪਾਰਟਲੀ ਕਨਵੈਨਸ਼ਨਲ ਆ। ਪਾਰਟਲੀ ਕਨਵੈਨਸ਼ਨਲ ਕਿਉਂ ਆ? ਕਿਉਂਕਿ ਅੱਗੇ ਚੱਲ ਕੇ ਜਦੋਂ ਬਾਈਸਾਈਕਲ ਆ ਗਿਆ, ਇੱਥੇ ਦੋਨਾਂ ਵਿੱਚੋਂ ਕੋਈ ਵੀ ਲੌਜਿਕ ਨਹੀਂ ਚੱਲਦਾ ਪਿਆ, ਉਹੀ ਚੀਜ਼ ਕਿ ਇਸੇ ਤਰ੍ਹਾਂ ਚੱਲਿਆ ਆ ਰਿਹਾ। Vehicles like on किदा use करेंगे? I was on the bus, she is on the train, he was on the plane, they travel on a ship, we went there on a bicycle. ਹੁਣ bicycle है देख लो, इतने कोई भी logic नहीं लग सकता कि ये smaller vehicle है या larger vehicle है। It is just kind of surface, है ना? You are above something and in the direct contact of that object इस करके on use कर ले अपन। Okay. So next, a specific day plus part of day. ਇਹਨਾਂ ਦੋਨਾਂ ਨੂੰ ਜਦੋਂ ਅਸੀਂ ਇਕੱਠੇ ਯੂਜ਼ ਕਰਨਾ ਫਿਰ ਆਪਾਂ on use ਕਰਦੇ ਆ। I met him on Monday morning. ਹੁਣ ਦੇਖੋ in the morning ਕਹਿੰਦੇ ਆ, on Monday morning। ਹੁਣ ਦੇਖੋ ਜਦੋਂ ਆਪਾਂ ਜਨਰਲ ਪੀਰੀਅਡ ਯੂਜ਼ ਕਰਦੇ ਆ ਨਾ, morning as a time period ਯੂਜ਼ ਕਰਦੇ ਆ, ਆਪਾਂ in ਲਗਾਉਂਦੇ ਆ, in the morning। ਪਰ ਜਦੋਂ Monday morning ਹੋਏਗਾ, specific day ਦਾ time period ਆ, ਤਾਂ on use करेंगे। We left on Friday evening. The meeting is on Tuesday afternoon. Then days and dates silly. I'll see you on Monday. The exam is on 15 August. She was born on 5 May. We met on Sunday. कोई भी date या कोई day या ਉਹਦੇ ਲਈ on use होएगा। Next, media platforms या फिर channels. कोई medium है ना जोड़ा communication ਦਾ, ਉਹਦੇ ਲਈ ਆਪਾਂ on use करते हैं। I saw her on television. We heard the news on the radio. I spoke to him on the phone. I found the information on the internet. She posted the photograph on Instagram. I watched the video on YouTube. So ये सारे कोई ना कोई मीडिया प्लेटफॉर्म या कोई चैनल या कोई मीडियम या कम्युनिकेशन का इन्हां सब दे लई ऑन यूज करांगे। नेक्स्ट, रूट और पाथ। किसी रूट या पाथ दे लई ऑन यूज होएगा। We met on the way to Delhi. There is a restaurant on the way. She is on her way to home. For any support or basis, ਉਹਦੇ ਲਈ ਆਪਾਂ on use ਕਰਦੇ ਹਾਂ। The decision is based on evidence. The conclusion rests on facts. The theory is based on certain assumptions. ਦੇਖੋ ਇਹ ਜਿਹੜੀ ਇੱਕ ਯੂਜ਼ੇਜ ਹੈ ਨਾ, ਇਹ ਬਿਲਕੁਲ ਐਕਿਊਰੇਟ ਐਗਜ਼ਾਮਪਲ ਆ ਐਬਸਟ੍ਰੈਕਟ ਕਨਸੈਪਟ ਦੀ, ਕਿਉਂਕਿ ਜਿਸ ਤਰ੍ਹਾਂ ਕਿਸੇ ਸਰਫੇਸ ਦੇ ਉੱਪਰ ਕੋਈ ਚੀਜ਼ ਰੈਸਟ ਕਰਦੀ ਆ, ਮੀਨਸ ਸਪੋਰਟਡ ਬਾਈ ਦ ਸਰਫੇਸ ਬਿਲੋ, ਉਸੇ ਤਰੀਕੇ ਨਾਲ ਐਵੀਡੈਂਸ ਜਿਹੜੇ ਆ ਉਹ ਸਪੋਰਟ ਕਰਦੇ ਆ ਕਿਹਨੂੰ? ਕੰਕਲੂਜਨ ਨੂੰ। ਸੋ ਕੰਕਲੂਜਨ ਇਜ਼ ਮੈਟਾਫੋਰਿਕਲੀ ਬੇਸਡ ਔਨ ਜਾਂ ਫਿਰ ਆਪਾਂ ਕਹੀਏ ਰੈਸਟਿੰਗ ਔਨ ਦ ਐਵੀਡੈਂਸ। तो कंक्लूजन कादे ऊपर बेस्ड या किहदे ऊपर रेस्ट करदा? एविडेंस के ऊपर। नेक्स्ट टॉपिक या फिर सब्जेक्ट। हुण ये थोड़ा जिहा ध्यान देण वाला आ, क्योंकि सब्जेक्ट्स लिए आपां पहलां इन पढ़ चुके हैं। इन इकनॉमिक्स जदों आपां गल कीती सी किसी एरिया ऑफ स्टडी दी, पर इत्थे कोई टॉपिक या कोई सब्जेक्ट आ। आई बॉट अ बुक ऑन हिस्ट्री।
she attended a lecture on grammar, he wrote an article on climate change, we watched a documentary on Indian history। ਹੁਣ ਇੱਥੇ ਸਾਰੇ ਜਿਹੜੇ ਟੌਪਿਕਸ ਹੈ ਜਾਂ ਸਬਜੈਕਟ ਹੈ ਇਹਨਾਂ ਦੇ ਲਈ on use ਹੋਇਆ, ਔਰ ਇਹ ਯੂਜ਼ੇਜ ਕਿਸੇ ਹੱਦ ਤੱਕ ਇੱਕ ਕਨਵੈਨਸ਼ਨਲ ਯੂਜ਼ੇਜ ਵੀ ਹੈਗੀ ਹੈ, ਠੀਕ ਹੈ। ਇੱਕ ਐਸਟੈਬਲਿਸ਼ਡ ਐਕਸਟੈਂਸ਼ਨ ਹੈ, ਐਸਟੈਬਲਿਸ਼ਡ ਐਕਸਟੈਂਸ਼ਨ ਮੀਨਸ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ, ਇਹਨੂੰ ਆਪਾਂ ਐਜ਼ ਇਟ ਇਜ਼ ਹੀ ਯੂਜ਼ ਕਰਦੇ ਹਾਂ। ਸੋ ਆਈ ਹੋਪ ਔਨ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਇਹ ਵੀ ਕਲੀਅਰ ਹੈ। ਸੋ ਕੁਇਕਲੀ ਰਿਵਾਈਜ਼ ਕਰਦੇ ਹਾਂ ਔਨ ਦੇ ਸਾਰੇ ਯੂਜ਼ਸ ਨੂੰ। ਫਿਜ਼ੀਕਲ ਸਰਫੇਸ ਦੇ ਲਈ ਵਰਟੀਕਲ ਸਰਫੇਸ, ਬੋਡੀ ਪਾਰਟਸ ਜਾਂ ਫਿਰ ਸਰਫੇਸਿਸ, ਫਲੋਰਸ ਔਰ ਲੈਵਲਸ, ਰੋਡਸ, ਸਟਰੀਟਸ, ਆਈਲੈਂਡਸ, then public transport, days and dates, specific day plus part of day, media platform channels ਇਹਨਾਂ ਦੇ ਲਈ on use ਹੁੰਦਾ, route or path, basis or support, and topic or subject ਦੇ ਲਈ ਆਪਾਂ on use ਕਰਦੇ ਹਾਂ, right। ਜੋ ਆਪਾਂ ਪੜ੍ਹਿਆ ਸਾਰੀ ਉਹਦੀ ਬਸ ਇੱਕ ਕੁਇਕ ਸਮਰੀ ਹੈਗੀ ਹੈ। ਕੰਪੈਰੀਟਿਵ ਯੂਜ਼ ਦੇਖਦੇ ਹਾਂ in and on ਦਾ। ਪਹਿਲੇ at ਤੇ in ਦਾ ਦੇਖਿਆ ਸੀ ਨਾ, ਕਿਉਂਕਿ ਆਪਾਂ at ਤੇ in ਸਿਰਫ ਪੜ੍ਹੇ ਸੀਗੇ, at the in ਦਾ ਕੰਪੈਰੀਜ਼ਨ ਦੇਖਿਆ ਸੀ। ਹੁਣ ਤੁਸੀਂ on ਵੀ ਸਮਝ ਚੁੱਕੇ ਆ, in ਇਸ ਤੋਂ ਪਹਿਲੇ ਕਰ ਲਿਆ ਸੀ। ਇੱਕ ਕੰਪੈਰੀਜ਼ਨ ਦੇਖੋ, in the box ਮਤਲਬ ਆ ਕੋਈ ਚੀਜ਼ ਬਾਕਸ ਦੇ ਵਿੱਚ ਆ, on the box ਕੋਈ ਲੇਬਲ ਆ ਬਾਕਸ ਦੇ ਉੱਪਰ, ਇਟ ਮੀਨਸ ਉਹਦੀ ਸਰਫੇਸ ਦੇ ਉੱਪਰ ਆ, ਕੋਈ ਟੇਪ ਆ, ਐਨੀਥਿੰਗ that is on the surface of box ਉਹ on the box ਹੋਏਗਾ। ਰੂਮ ਜਾਂ ਫਿਰ ਫਲੋਰ ਦੇ ਲਈ in the room and on the floor, in enclosed area ਆ, ਫਲੋਰ ਸਰਫੇਸ। in the wall that means ਦੇਖੋ ਜਿਸ ਤਰ੍ਹਾਂ ਆਪਾਂ ਡੋਰ ਦੀ ਐਗਜ਼ਾਮਪਲ ਦੇਖੀ ਸੀ ਨਾ ਕਿ ਇੱਕ ਵਾਲ ਆ, ਹੁਣ ਇਹ ਵਾਲ ਦਾ ਪੂਰਾ ਏਰੀਆ, ਇਸ ਵਾਲ ਦੇ ਵਿੱਚ ਅਗਰ ਇੱਕ ਆਪਾਂ ਕਹੀਏ ਵਿੰਡੋ ਆ ਤਾਂ ਉਹ in the wall ਹੋ ਗਈ। on the wall ਸਰਫੇਸ, ਵਾਲ ਦੀ ਸਰਫੇਸ। in the building area building ਦਾ, enclosed by walls। on the 5th floor floor ਇੱਕ ਸਰਫੇਸ ਆ। in Delhi larger ਇੱਕ area city। on Park Street ਇੱਕ street ਆ, ਦੇਖੋ at 25 Park Street address ਆ। on Park Street ਇੱਕ street ਆ, or along the street, on this street, somewhere here, somewhere here, ਇੱਥੇ ਆਪਾਂ on use ਕਰਾਂਗੇ। ਜਾਂ ਫਿਰ anywhere on, ਇਹਨੂੰ ਇੱਕ ਲਾਈਨ ਇੱਕ ਸਰਫੇਸ ਇਸ ਤਰ੍ਹਾਂ ਕੰਸੀਡਰ ਕਰਦੇ ਹਾਂ। then in India geographical area ਆ, on an island, island ਤੇ geographical area ਇਹਨਾਂ ਦੋਨਾਂ 'ਚ ਫਰਕ ਆ। in the forest, forest ਵੀ ਇੱਕ ਏਰੀਆ ਆ। on the road, road ਨੂੰ ਇੱਕ ਲਾਈਨ ਇੱਕ ਸਰਫੇਸ ਇਦਾਂ ਕੰਸੀਡਰ ਕਰਨਾ। in a car or taxi, on a bus, train or plane। in July, on Monday। in 2026, on 15 August। in the morning, on Monday morning। ਪਲੇਟਫਾਰਮਸ ਦੇ ਲਈ ਮੀਡੀਆ ਦੇ ਲਈ ਇਨ ਯੂਜ਼ ਹੁੰਦਾ ਨਹੀਂ। on TV, on YouTube ਪਲੇਟਫਾਰਮਸ ਹੈ, ਇਹ ਮੀਡੀਆ ਆ, ਚੈਨਲ ਆ। in the body that means inside body। on the skin ਸਰਫੇਸ ਹੈ ਬੋਡੀ ਦਾ। at the door you understand ਲੋਕੇਸ਼ਨ ਹੈ ਇਹ। on the door ਡੋਰ ਦਾ ਐਗਜ਼ੈਕਟ ਸਰਫੇਸ। at the table ਕੋਈ ਵੀ ਚੀਜ਼ ਜਿਹੜੀ ਕਿ ਟੇਬਲ ਦੇ ਨਜ਼ਦੀਕ ਆ ਜਾਂ ਫਿਰ ਇੱਕ ਸਪੈਸੀਫਿਕ ਲੋਕੇਸ਼ਨ ਆ, ਉਹਨੂੰ ਆਪਾਂ at the table ਕਵਾਂਗੇ। on the table exactly on the surface of table। at the wall ਇਹ ਫਿਰ position or location ਆ। then on the wall surface। at the road or road junction ਆਪਾਂ ਕਹਿੰਦੇ ਨਾ ਕੋਈ ਜੰਕਸ਼ਨ ਆ, ਕੋਈ ਜਿੱਥੇ ਰੋਡਸ ਮਿਲਦੀਆਂ ਆ, ਉਹ ਲੋਕੇਸ਼ਨ ਹੋਏਗੀ। on the road exactly ਜਿਹੜੀ ਸਰਫੇਸ ਆ ਰੋਡ ਦੀ ਉਹਦੇ ਉੱਪਰ। at the corner specific location। on the corner ਕਿਸੇ ਕਾਰਨਰ ਦੇ ਐਗਜ਼ੈਕਟ ਉੱਪਰ ਜਿਹੜੀ ਪੋਜੀਸ਼ਨ ਆ ਉਹਦੇ ਸਰਫੇਸ ਦੇ ਉੱਪਰ। ਸਪੋਜ਼ ਦਿਸ ਇਜ਼ ਅ ਬੋਰਡ, ਔਰ ਇਸ ਬੋਰਡ ਦੇ ਕਾਰਨਰ ਤੇ ਇੱਕ ਮਾਰਕ ਕਰ ਦਿੱਤੀ ਡਾਟ, ਤਾਂ ਆਪਾਂ ਕਵਾਂਗੇ ਔਨ ਦ ਕਾਰਨਰ, ਠੀਕ ਹੈ। ਪਰ ਅਗਰ ਇੱਕ ਬਿਲਡਿੰਗ ਕਹਿ ਰਹੇ ਆ ਔਰ ਉਸ ਬਿਲਡਿੰਗ ਦਾ ਇੱਕ ਕਾਰਨਰ ਆ ਤਾਂ ਉੱਥੇ ਐਟ ਦ ਕਾਰਨਰ ਆ ਜਾਏਗਾ। ਐਟ ਦ ਕਨਸਰਟ ਇਵੈਂਟ ਆ, ਔਨ ਦ ਸਟੇਜ ਉਸ ਕਨਸਰਟ ਦੇ ਵਿੱਚ ਜਿਹੜੀ ਲੱਗੀ ਹੋਈ ਇੱਕ ਸਟੇਜ ਆ, ਉਹ ਸਟੇਜ ਦਾ ਸਰਫੇਸ ਆ ਜਾਂ ਫਿਰ ਉਹ ਕੋਈ ਪਲੇਟਫਾਰਮ ਆ, ਉਹਦੇ ਲਈ ਔਨ ਯੂਜ਼ ਕਰ ਲਿਆ। ਐਟ 5 PM ਐਗਜ਼ੈਕਟ ਪੁਆਇੰਟ ਆਫ ਟਾਈਮ ਆ। ਔਨ ਮੰਡੇ ਕੋਈ ਡੇ ਜਾਂ ਡੇਟ, ਉਹਦੇ ਲਈ ਔਨ। ਐਟ 25 ਪਾਰਕ ਸਟਰੀਟ, ਔਨ ਪਾਰਕ ਸਟਰੀਟ। ਇਹਨਾਂ ਦੋਨਾਂ ਦਾ ਡਿਫਰੈਂਸ ਆਈ ਗੈਸ ਤੁਹਾਨੂੰ ਕਲੀਅਰ ਆ ਕਿਉਂਕਿ ਆਪਾਂ ਪਿੱਛੇ ਵੀ ਕੀਤਾ ਸੀ। ਐਟ ਦ ਬਿਲਡਿੰਗ ਲੋਕੇਸ਼ਨ ਆ, ਕਿਸੇ ਬਿਲਡਿੰਗ ਨੂੰ ਅਗਰ ਆਪਾਂ ਕਹਿ ਦਈਏ ਨਾ ਕਿ ਐਟ ਦ ਬਿਲਡਿੰਗ ਕੋਈ ਬੈਂਕ ਆ, ਐਟ ਦ ਬੈਂਕ, ਇਹਦਾ ਮਤਲਬ ਐਟ ਦੈਟ ਬਿਲਡਿੰਗ। ਕਿਸੇ ਬਿਲਡਿੰਗ ਤੇ ਹੁੰਦਾ ਮਤਲਬ ਹੈ ਉਹ ਲੋਕੇਸ਼ਨ ਉਹ ਵਾਲੀ, ਐਗਜ਼ੈਕਟਲੀ ਤੁਸੀਂ ਉਸ ਬਿਲਡਿੰਗ ਦੇ ਅੰਦਰ ਹੀ ਹੋਵੋ ਜ਼ਰੂਰੀ ਨਹੀਂ। ਔਨ ਦ 5th ਫਲੋਰ ਲੈਵਲ ਆ ਜਾਂ ਸਰਫੇਸ ਹੈ। ਥਰੋ ਇਟ ਐਟ ਦ ਵਾਲ, ਟਾਰਗੇਟ ਕਰਨਾ ਹੈ ਨਾ। ਪੁੱਟ ਇਟ ਔਨ ਦ ਵਾਲ, ਸਰਫੇਸ ਹੈ। ਸੋ ਨਾਓ ਇਹਨਾਂ ਤਿੰਨਾਂ ਪ੍ਰੈਪੋਜੀਸ਼ਨਸ ਨੂੰ ਸਾਈਮਲਟੇਨੀਅਸਲੀ ਇੱਕ ਵਾਰੀ ਰਿਵਾਈਜ਼ ਕਰਦੇ ਆ। ਫਸਟ ਬੇਸਿਕ ਸਪੇਸ਼ਲ ਆਈਡੀਆ, ਮੀਨ ਸਪੇਸ ਦੇ ਨਾਲ ਰਿਲੇਟਡ, ਏਰੀਆ ਦੇ ਨਾਲ ਰਿਲੇਟਡ। ਆਪਾਂ ਕਿੱਦਾਂ ਯੂਜ਼ ਕਰਾਂਗੇ ਇਹਨਾਂ ਨੂੰ?
point या location ਦੱਸਣ ਦੇ ਲਈ at, area ਦੇ inside in और area ਦੇ surface ਦੇ ਉੱਪਰ on। कोई स्पेसिफिक प्लेस है अगर तो एट द स्टेशन लोकेशन हो गई, इन द स्टेशन उस स्टेशन दी बिल्डिंग दे अंदर, ऑन इथे एप्लीकेबल नहीं। डोर, एट द डोर, इन द डोर, ऑन द डोर। एट द डोर यू नो कोई लोकेशन आ, इन द डोर ਇਹਦੀ ਬੜੀ ਲਿਮਿਟਡ ਜਿਹੀ ਐਗਜ਼ਾਮਪਲ ਹੋ ਸਕਦੀ ਆ। ਰਾਈਟ ਨਾਓ ਮੇਰੇ ਦਿਮਾਗ ਸਿਰਫ ਇੱਕ ਹੀ ਆ ਰਹੀ ਆ ਕਿ ਇੱਕ ਡੋਰ ਆ ਔਰ ਉਹਦੇ ਵਿੱਚ ਅਗਰ ਇੱਕ ਵਿੰਡੋ ਬਣਾ ਦਿੱਤੀ ਜਾਵੇ ਜਿਹਦੇ ਥਰੂ ਆਪਾਂ ਕੁਝ ਦੇਖ ਸਕਦੇ ਆ, ਤਾਂ ਦਿਸ ਵਿੰਡੋ ਇਜ਼ ਇਨ ਦ ਡੋਰ। ਇਹਦੀ ਕਾਫੀ ਲਿਮਿਟਡ ਯੂਜ਼ੇਜ ਹੈਗੀ ਆ ਇਨ ਦ ਡੋਰ, ਅਦਰਵਾਈਜ਼ ਮੈਕਸਿਮਮ ਐਟ ਦ ਡੋਰ, ਔਨ ਦ ਡੋਰ, ਇਦਾਂ ਦੀ ਐਗਜ਼ਾਮਪਲ ਤੁਹਾਨੂੰ ਕਾਮਨ ਦੇਖ ਜਾਣਗੀਆਂ। ਔਨ ਦ ਡੋਰ ਮੀਨਸ on the surface of the door. Then building, at the building, location, in the building, inside that building, on the building। ਹੁਣ ਇਹ ਵੀ ਬੜੀ ਸਪੈਸ਼ਲ ਜੀ ਯੂਜ਼ੇਜ ਆ। ਅਗਰ ਤੁਸੀਂ ਕਿਸੇ ਬਿਲਡਿੰਗ ਦੇ ਉੱਪਰ ਕੋਈ ਵੱਡਾ ਸਾਰਾ ਬੋਰਡ ਦੇਖਦੇ ਆ ਤਾਂ ਤੁਸੀਂ ਕੀ ਕਹੋਗੇ? on the building, on the surface of the building actually। Then school, at the school, location, in the school, inside that building, on ਇੱਥੇ applicable ਨਹੀਂ। airport, at the airport, location, in the airport, inside that airport मीनस एयरपोर्ट वाला जो बिल्डिंग या ਉਹਦਾ ਏਰੀਆ ਆ ਅੰਦਰ। ਟੇਬਲ, ਐਟ ਦ ਟੇਬਲ, ਲੋਕੇਸ਼ਨ ਕਿਸੇ ਟੇਬਲ ਦੇ ਕੋਈ ਪਾਸ ਜਾਂ ਉਹਦੇ ਨਜ਼ਦੀਕ ਕੁਝ ਪਿਆ ਜਾਂ ਕੋਈ ਹੈ, ਕੋਈ ਪੋਜੀਸ਼ਨ ਦੱਸਣੀ ਹੈ ਤੁਸੀਂ, ਨੀਅਰ ਦ ਟੇਬਲ ਤਾਂ ਐਟ ਦ ਟੇਬਲ ਆ ਜਾਏਗਾ। ਇਨ ਦ ਟੇਬਲ ਕਾਫੀ ਲਿਮਿਟਡ ਐਗਜ਼ਾਮਪਲਸ ਹੋ ਸਕਦੀਆਂ ਇਹਦੀਆਂ। ਫॉर एग्जांपल ਅਗਰ ਤੁਸੀਂ ਕਹੋ ਕਿ ਟੇਬਲ ਦੇ ਮਟੀਰੀਅਲ ਦੇ ਵਿੱਚ ਅਗਰ ਆਪਾਂ ਕੁਝ ਦੱਸਣਾ ਹੋਵੇ, ਲਾਈਕ देयर इज अ क्रैक इन द टेबल, ठीक है, तो ਇਦਾਂ ਦੀ ਇੱਕ ਦੀ ਐਗਜ਼ਾਮਪਲ ਹੋ ਸਕਦੀ ਆ। अदरवाइज ज्यादा कॉमन यूजेज है नहीं। ऑन द टेबल तो पता है कि सरफेस, टेबल के सरफेस के ऊपर। सिटी या एरिया दे लई एट यूज नहीं होएगा, इन दिल्ली ऑन भी यूज नहीं होएगा। स्ट्रीट दे लई सिर्फ ऑन एप्लीकेबल या ऑन पार्क स्ट्रीट। एग्जैक्ट एड्रेस दे लई एट यूज हुंदा, इन ते ऑन पॉसिबल ही नहीं। देन कोई रोड या जंक्शन या एट द जंक्शन जदों असीं लोकेशन दसनी आ, ऑन द रोड जदों आपां रोड दे सरफेस की गल कर रहे हैं, इन जनरल रोड की गल कर रहे हैं। कंट्री, इन जोग्राफिकल एरिया आ। आईलैंड, ऑन सरफेस आ। ये फ्लोर, इन द बिल्डिंग हुंदा आ, ऑन द 5th फ्लोर आ। ऑल्दो जिहड़ा फ्लोर आ वो इनसाइड बिल्डिंग हुंदा, बट एग्जैक्टली जिहड़ा फ्लोर आ वो एक सरफेस ही है। कार और टैक्सी, इन अ कार। बस या ट्रेन दे लई ऑन यूज करांगे। एग्जैक्ट टाइम दे लई एट, फॉर डे ऑन, फॉर डेट आल्सो ऑन, मंथ एंड ईयर दे लई इन, सीजन दे लई इन, मॉर्निंग इन द मॉर्निंग और नाइट एट नाइट। ये तुहानूं याद होना चाहिए। स्पेसिफिक मॉर्निंग ऑन मंडे मॉर्निंग। एज दे लई एट, स्पीड, टेंपरेचर, देन लेवल दे लई एट आई लेवल, बट कोई लेवल या कोई फ्लोर या उहदे लई ऑन यूज करना। इवेंट, एट द वेडिंग। सरफेस, ऑन द टेबल। मीडिया या प्लेटफॉर्म दे लई ऑन यूज करांगे, किसी रूट दे लई भी आपां ऑन यूज करते हैं। ये 3 प्रपोजिशंस की यूजेज तो क्लीयर हो गई। एंड जिहड़ी अपनी कन्फ्यूजन सीगी एट द डोर, इन द डोर, ऑन द डोर, ये हुण तुहानूं पूरी तरह क्लीयर आ। एट लोकेशन, कोई चीज़ किसी दे इनसाइड आ। हुणे देखो एक एरिया है ये डोर दा और इस एरिया दे अंदर एक विंडो आ, ਉਹਨੂੰ ਆਪਾਂ ਇਨ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਇਨ ਡੋਰ ਦੇ ਲਈ ਇੰਨਾ ਕਾਮਨ ਹੈ ਨਹੀਂ, ਬਸ ਸਪੇਸ ਦੇ ਅੰਦਰ ਜਿਹੜੀ ਚੀਜ਼ ਹੈ ਨਾ ਕਿਸੇ ਇਨਕਲੋਜ਼ਡ ਏਰੀਆ ਦੇ, ਉਹਦੇ ਲਈ ਹੀ ਇਨ ਯੂਜ਼ ਕਰ ਸਕਦੇ ਹਾਂ। ਤੇ ਔਨ ਸਰਫੇਸ, ਇਹ ਜਿਹੜਾ ਨੋਟਿਸ ਆ, ਇਟ ਇਜ਼ ਔਨ ਦ ਡੋਰ। ਇਫ ਸਮਵਨ ਇਜ਼ ਸਟੈਂਡਿੰਗ ਹੇਅਰ, ਸਮਵਨ ਇਜ਼ ਐਟ ਦ ਡੋਰ, देयर इज अ विंडो इन दिस डोर। ओके, सो आई होप ਇਹਨਾਂ 3 ਪ੍ਰੈਪੋਜੀਸ਼ਨ ਦੀ ਯੂਜ਼ੇਜ ਦੇ ਵਿੱਚ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ। ਇਫ ਸਟਿਲ ਕੋਈ ਡਾਊਟ ਆ, कोई क्वेश्चन या, you can comment under this video. Thank you for watching.